ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ। ਅੱਜ ਦੀ ਇਸ ਰਿਪੋਰਟ ਦੇ ਨਾਲ ਹੀ ਇੱਕ ਸੀਰੀਜ਼ ਦੀ ਵੀ ਸ਼ੁਰੂਆਤ ਕਰਾਂਗੇ। ਇਹ ਉਹ ਲੜੀ ਹੈ ਜਿਸ ਤਹਿਤ ਕਿ ਪੰਜਾਬ ਦੇ ਵੱਡੇ ਰਿਕਰੂਟਮੈਂਟ ਸਕੈਮਸ ਯਾਨੀ ਕਿ ਭਰਤੀ ਘੁਟਾਲਿਆਂ ਦੀ ਗੱਲ ਕਰਾਂਗੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤਹਿਤ ਕਈ ਭਰਤੀ ਘੁਟਾਲਿਆਂ ਦਾ ਮੈਂ ਜ਼ਿਕਰ ਕਰਾਂਗਾ ਅਲੱਗ-ਅਲੱਗ ਰਿਪੋਰਟਸ ਦੇ ਵਿੱਚ, ਜੋ ਕਿ ਨੈਸੈਸਰੀਲੀ ਜ਼ਰੂਰੀ ਨਹੀਂ ਕਿ ਉਹ ਇਕੱਠੇ ਇੱਕ ਸੀਰੀਜ਼ ਦੇ ਵਿੱਚ ਤੁਰਨਗੇ। ਲੇਕਿਨ ਪਹਿਲੇ ਦੋ ਜਿਹੜੇ ਪਾਰਟਸ ਹੈਗੇ ਨੇ, ਐਪੀਸੋਡਸ ਹੈਗੇ ਨੇ, ਉਹਨਾਂ ਦੇ ਵਿੱਚ ਮੈਂ ਗੱਲ ਕਰਾਂਗਾ ਪੰਜਾਬ ਦੇ ਬਹੁ ਚਰਚਿਤ ਰਹੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਘੁਟਾਲੇ ਦੀ, ਜਿਸ ਨੂੰ ਕਿ ਕੈਸ਼ ਫॉर ਜੌਬਸ ਜਾਂ ਫਿਰ ਰਿਸ਼ਵਤ ਬਦਲੇ ਨੌਕਰੀਆਂ ਦਾ ਘੁਟਾਲਾ ਵੀ ਕਿਹਾ ਗਿਆ ਸੀ। ਸਾਲ 2002 ਦੇ ਵਿੱਚ ਉਜਾਗਰ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਸਾਰ ਹੀ ਪਹਿਲੇ ਮਹੀਨੇ ਦੇ ਵਿੱਚ ਹੀ ਇੱਕ ਬਹੁਤ ਹੀ ਵੱਡੇ ਭਰਤੀ ਘੁਟਾਲੇ ਦਾ ਪਰਦਾਫਾਸ਼ ਕੀਤਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਸਮਝਣ ਦੀ ਜਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਵੀ ਆਖਿਰ ਇੱਕ ਬੈਕਗਰਾਉਂਡ ਕੀ ਸੀ, ਕਿਉਂ ਪੀਪੀਐਸਸੀ ਯਾਨੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਚੇਅਰਮੈਨ ਉਸ ਵਕਤ ਦਾ ਸੀ ਰਵਿੰਦਰਪਾਲ ਸਿੰਘ ਸਿੱਧੂ, ਜੋ ਕਿ ਆਪਣੀ ਟਰਮ ਤਕਰੀਬਨ 6 ਸਾਲ ਦੀ ਪੂਰੀ ਕਰ ਚੁੱਕਾ ਸੀ। ਉਸ ਦੀ ਟਰਮ ਦਾ ਇੱਕ ਬਹੁਤ ਵੱਡਾ ਹਿੱਸਾ ਅਕਾਲੀ ਦਲ ਦੀ 1997 ਤੋਂ 2002 ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸੀ ਤੇ ਇसी 5 ਸਾਲਾਂ ਦੇ ਵਿੱਚ ਉਸਨੇ ਜੰਮ ਕੇ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਜਿਹੜੀ ਹੈ ਉਹ ਕੀਤੀ, ਕਰੋੜਾਂ ਰੁਪਏ ਦੀ ਜਿਹੜੀ ਸੰਪत्ति ਖੁਦ ਲਈ ਅਰਜਿਤ ਕੀਤੀ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪੀਸੀਐਸ, ਜੁਡੀਸ਼ੀਅਲ, ਐਗਜ਼ੈਕਟਿਵ, ਐਲਾਈਡ ਸਰਵਿਸਿਜ਼, ਬੀਡੀਪੀਓ, ਡੀਐਸਪੀ, ਲੈਕਚਰਰਸ, ਇਸ ਤਰੀਕੇ ਦੀਆਂ ਸੈਂਕੜਾਂ ਭਰਤੀਆਂ ਦੇ ਵਿੱਚ ਕਰੋੜਾਂ ਅਰਬਾਂ ਰੁਪਏ ਲੈ ਕੇ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਅਲੱਗ-ਅਲੱਗ ਖਾਤੇ, ਆਪਣੇ ਪਰਿਵਾਰ ਵਾਲੇ ਰਿਸ਼ਤੇਦਾਰਾਂ ਦੇ ਅਲੱਗ-ਅਲੱਗ ਬੜੇ ਖਾਤਿਆਂ 'ਚ ਜਮ੍ਹਾਂ ਕਰਾਉਂਦਾ ਰਿਹਾ, ਭਰਦਾ ਰਿਹਾ, ਆਪਣੇ ਲੋਕਰ ਉਹ ਭਰਦਾ ਰਿਹਾ। ਸੋ 2002 ਦੇ ਵਿੱਚ ਇਸ ਘੁਟਾਲੇ ਦਾ ਪਰਦਾਫਾਸ਼ ਹੋਇਆ ਸੀ। ਲੇਕਿਨ ਇਸ ਦੀ ਬੈਕਗਰਾਉਂਡ ਥੋੜੀ ਜਿਹੀ ਪਿੱਛੇ ਜਾਣਾ ਪੈਣਾ ਕਿਉਂਕਿ ਆਪਾਂ ਨੂੰ ਸਮਝਣਾ ਪੈਣਾ ਵੀ ਰਵਿੰਦਰਪਾਲ ਸਿੰਘ ਸਿੱਧੂ ਆਖਰ ਕੀ ਸੀ। ਇੱਕ ਪੱਤਰਕਾਰ ਕਿਹਾ ਜਾਂਦਾ ਹੈ ਕਿ ਸਮਾਜ ਨੂੰ ਇੱਕ ਸ਼ੀਸ਼ਾ ਦਿਖਾਉਣ ਵਾਲਾ ਉਹ ਕਿਰਦਾਰ ਹੁੰਦਾ ਹੈ ਜਿਸ ਦਾ ਕੰਮ ਹੈ ਸੱਚ ਉੱਤੇ ਪਹਿਰਾ ਦੇਣਾ ਤੇ ਜੋ ਕੁਝ ਜਿਵੇਂ ਹੋ ਰਿਹਾ ਹੈ ਉਸ ਨੂੰ ਨਿਰਪੱਖਤਾ ਦੇ ਨਾਲ ਬਿਆਨ ਕਰਨਾ। ਸੋ ਇਹੀ ਕੰਮ ਰਵਿੰਦਰਪਾਲ ਸਿੰਘ ਸਿੱਧੂ ਨੇ ਵੀ ਆਪਣੀ ਜ਼ਿੰਦਗੀ ਦੇ ਕਈ ਸਾਲ, ਰਾਦਰ ਇੱਕ ਦਹਾਕੇ ਤੋਂ ਉੱਤੇ ਉਸ ਦਾ ਕੈਰੀਅਰ ਬਤੌਰ ਪੱਤਰਕਾਰ ਰਿਹਾ। ਰਵਿੰਦਰਪਾਲ ਸਿੰਘ ਸਿੱਧੂ ਜੋ ਕਿ ਸਤੰਬਰ 1996 ਦੇ ਵਿੱਚ ਪੀਪੀਐਸਸੀ ਦਾ ਚੇਅਰਮੈਨ ਬਣਦਾ ਹੈ, ਉਸ ਤੋਂ ਪਹਿਲਾਂ ਇੱਕ ਪੱਤਰਕਾਰ ਸੀ। ਇਸਨੇ ਦ ਹਿੰਦੂ, ਟ੍ਰਿਬਿਊਨ ਤੇ ਇੰਡੀਅਨ ਐਕਸਪ੍ਰੈਸ ਅਖਬਾਰਾਂ ਦੇ ਵਿੱਚ ਅਲੱਗ-ਅਲੱਗ ਅਹੁਦਿਆਂ ਉੱਤੇ ਪ੍ਰਿੰਸੀਪਲ ਕੋਰਸਪੋਂਡੈਂਟ ਜਾਂ ਫਿਰ ਹੋਰ ਅਹੁਦਿਆਂ ਉੱਤੇ ਪੱਤਰਕਾਰੀ ਕੀਤੀ ਸੀ ਤੇ ਪੰਜਾਬ ਦੀ ਸੱਤਾ ਤੇ ਉਸ ਦੇ ਨਾਲ ਜਿਹੜੇ ਸਿਆਸੀ ਘਟਨਾ ਚੱਕਰ ਨੂੰ ਬਹੁਤ ਨੇੜਤਾ ਤੋਂ ਕਵਰ ਕਰਨ ਦਾ ਮੌਕਾ ਮਿਲਦਾ ਰਹਿੰਦਾ ਸੀ। ਸਿਆਸੀ ਲੀਡਰਾਂ, ਆਗੂਆਂ ਦੇ ਨਾਲ ਨੇੜਤਾਵਾਂ ਜ਼ਾਹਿਰੀ ਤੌਰ ਤੇ ਪੱਤਰਕਾਰਾਂ ਦੀਆਂ ਹੋ ਹੀ ਜਾਂਦੀਆਂ ਨੇ। ਸੋ ਉਸੇ ਲੜੀ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੀ ਮੌਤ ਹੁੰਦੀ ਹੈ ਬੰਬ ਧਮਾਕੇ ਦੇ ਵਿੱਚ ਅਗਸਤ 1995 ਨੂੰ, ਉਸ ਤੋਂ ਬਾਅਦ ਹਰਚਰਨ ਸਿੰਘ ਬਰਾੜ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਤਕਰੀਬਨ 1.5 ਸਾਲ ਹਰਚਰਨ ਸਿੰਘ ਬਰਾੜ ਦੀ ਸਰਕਾਰ ਚੱਲਦੀ ਹੈ ਤੇ ਉਸ ਵਕਤ ਹਰਚਰਨ ਸਿੰਘ ਬਰਾੜ ਦੀ ਸਰਕਾਰ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਖੁਦ ਵਿਅਕਤੀਗਤ ਤੌਰ ਤੇ ਇਲਜ਼ਾਮ ਇਹੀ ਲੱਗੇ ਵੀ ਉਹਨਾਂ ਨੇ ਸਰਕਾਰ ਦੇ ਇੱਕ ਪੂਰੇ ਕੰਮ ਧੰਦੇ ਨੂੰ ਆਪਣੇ ਪਰਿਵਾਰ ਦਾ ਕੰਮ ਧੰਦਾ ਬਣਾਤਾ ਹੈ ਤੇ ਹਰ ਫੈਸਲੇ, ਸਰਕਾਰ ਦੇ ਫੈਸਲੇ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ, ਉਹਨਾਂ ਦੇ ਬੇਟੇ, ਨੂੰਹਾਂ, ਬੇਟੀਆਂ, ਇਹਨਾਂ ਸਭ ਦੀ ਜਿਹੜੀ ਬਹੁਤ ਵੱਡੇ ਪੱਧਰ ਦੀ ਜਿਹੜੀ ਇਨਵੋਲਵਮੈਂਟ ਜਾਂ ਇੰਟਰਫੇਰੈਂਸ ਜਿਹੜੀ ਸੀ ਉਹ ਲਗਾਤਾਰ ਵੇਖੀ ਵੀ ਗਈ, ਜਿਸ ਤੋਂ ਬਾਅਦ ਕਿ ਇੱਕ ਬਹੁਤ ਵੱਡਾ ਰਿਵੋਲਟ ਤੇ ਬਗਾਵਤ ਵੀ ਖੜੀ ਹੋਈ ਹਰਚਰਨ ਬਰਾੜ ਦੇ ਖਿਲਾਫ। ਆਖਿਰੀ ਕੁਝ ਮਹੀਨਿਆਂ ਦੇ ਦੌਰਾਨ 1997 ਫਰਵਰੀ ਦੇ ਵਿੱਚ ਇਲੈਕਸ਼ਨ ਹੋ ਜਾਂਦਾ ਹੈ, ਲੇਕਿਨ ਇਲੈਕਸ਼ਨ ਤੋਂ ਤਕਰੀਬਨ 1.5-2 ਮਹੀਨਾ ਪਹਿਲਾਂ ਹੀ ਹਰਚਰਨ ਸਿੰਘ ਬਰਾੜ ਨੂੰ ਹਟਾ ਕੇ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਸੋ ਉਹ ਇੱਕ ਬਗਾਵਤ ਦਾ ਸਿਨਾਰੀਓ ਸੀ। ਲੇਕਿਨ ਇਹ ਜਿਹੜੇ ਇਲਜ਼ਾਮ ਹਰਚਰਨ ਸਿੰਘ ਬਰਾੜ ਉੱਤੇ ਲੱਗ ਰਹੇ ਸੀ, ਉਸਦੇ ਪਰਿਵਾਰ ਉੱਤੇ ਵੀ ਉਹ ਸਰਕਾਰ ਦੀ ਕੰਮਕਾਜ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਹੈਗੇ ਨੇ, ਇਸ ਦਾ ਇੱਕ ਨਮੂਨਾ ਰਵਿੰਦਰਪਾਲ ਸਿੰਘ ਸਿੱਧੂ ਦੀ ਨਿਯੁਕਤੀ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਰਵਿੰਦਰਪਾਲ ਸਿੰਘ ਸਿੱਧੂ ਨੇ ਆਪਣੀ ਨੇੜਤਾ ਹਰਚਰਨ ਬਰਾੜ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਬਣਾਈ। ਇਹ ਦੱਸਿਆ ਜਾਂਦਾ ਵੀ ਉਸ ਵਕਤ ਹਰਚਰਨ ਬਰਾੜ ਦੀ ਜਿਹੜੀ ਬੇਟੀ ਸਨ ਬਬਲੀ ਬਰਾੜ, ਉਹਨਾਂ ਦੇ ਨਾਲ ਕਾਫੀ ਅੱਛੇ ਸੰਬੰਧ ਜਿਹੜੇ ਸਨ ਉਹ ਰਵਿੰਦਰਪਾਲ ਸਿੰਘ ਸਿੱਧੂ ਨੇ ਬਣਾਏ। ਰਵਿੰਦਰਪਾਲ ਸਿੰਘ ਸਿੱਧੂ ਖੁਦ ਇੱਕ ਡਾਈਵੋਰਸੀ ਸੀ ਤੇ ਚਰਚਾ ਉਸ ਵਕਤ ਇਹ ਵੀ ਚੱਲਦੀ ਸੀ ਵੀ ਸ਼ਾਇਦ ਬਬਲੀ ਬਰਾੜ ਦੇ ਨਾਲ ਹੀ ਰਵਿੰਦਰਪਾਲ ਸਿੰਘ ਸਿੱਧੂ ਦਾ ਵਿਆਹ ਵੀ ਹੋਏਗਾ। ਸੋ ਇਸ ਕਿਸਮ ਦੇ ਲਗਭਗ ਪਰਿਵਾਰਿਕ ਸੰਬੰਧਾਂ ਨੂੰ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਨਾਲ ਬਣਾਉਣ ਦੇ ਵਿੱਚ ਰਵਿੰਦਰਪਾਲ ਸਿੰਘ ਸਿੱਧੂ ਕਾਮਯਾਬ ਹੋਇਆ ਤੇ ਉਸ ਤੋਂ ਬਾਅਦ ਰਵਿੰਦਰਪਾਲ ਸਿੰਘ ਸਿੱਧੂ ਦੀ ਕੋਸ਼ਿਸ਼ ਸੀ ਵੀ ਆਪਣੇ ਇਹਨਾਂ ਸੰਬੰਧਾਂ ਦਾ ਫਾਇਦਾ ਚੁੱਕਿਆ ਜਾਏ। ਇਸ ਫਾਇਦੇ ਤਹਿਤ ਉਸ ਦੀ ਅੱਖਾਂ ਦੇ ਵਿੱਚ ਉਸ ਦਾ ਨਿਸ਼ਾਨਾ ਜਿਹੜਾ ਸੀ ਉਹ ਸੀ ਪੀਪੀਐਸਸੀ ਦੇ ਚੇਅਰਮੈਨ ਦਾ ਅਹੁਦਾ, ਕਿਉਂਕਿ ਪੀਪੀਐਸਸੀ ਦੇ ਚੇਅਰਮੈਨ ਦਾ ਅਹੁਦਾ ਇੱਕ ਅਜਿਹਾ ਅਹੁਦਾ ਹੈ ਜਿਸ ਦੀ ਟੈਨਿਓਰ 6 ਸਾਲ ਦੀ ਹੁੰਦੀ ਹੈ, ਇੱਕ ਸੰਵਿਧਾਨਿਕ ਅਹੁਦਾ ਹੈ। ਹੋਰ ਸਾਰੇ ਕਮਿਸ਼ਨ ਜਾਂ ਹੋਰ ਸਾਰੀਆਂ ਜਿਹੜੇ ਟ੍ਰਿਬਿਊਨਲਸ ਇੱਕ ਪਾਸੇ ਨੇ, ਲੇਕਿਨ ਪੀਪੀਐਸਸੀ ਦਾ ਚੇਅਰਮੈਨ ਲਾਣਾ ਤਾਂ ਮੁੱਖ ਮੰਤਰੀ ਜਾਂ ਫਿਰ ਸਰਕਾਰ ਦਾ ਕੰਮ ਹੁੰਦਾ ਹੈ, ਲੇਕਿਨ ਉਸ ਨੂੰ ਆਪਣੇ ਅਹੁਦੇ ਤੋਂ ਹਟਾਉਣਾ ਮੁੱਖ ਮੰਤਰੀ ਦਾ ਕੰਮ ਨਹੀਂ ਹੁੰਦਾ।
ਉਹ ਇੱਕ ਹਾਈ ਪਾਵਰਡ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਕੀਤਾ ਜਾਣਾ ਹੁੰਦਾ, ਉਹ ਵੀ ਉਸ ਸਥਿਤੀ ਦੇ ਵਿੱਚ ਜਦੋਂ ਕਿ ਅਜਿਹੇ ਚੇਅਰਮੈਨ ਪੀਪੀਐਸਸੀ ਦੇ ਚੇਅਰਮੈਨ ਦੇ ਖਿਲਾਫ ਇੱਕ ਜਿਹੜਾ ਰੈਫਰੈਂਸ ਹੈ ਉਹ ਰਾਸ਼ਟਰਪਤੀ ਨੂੰ ਪ੍ਰੈਜ਼ੀਡੈਂਟ ਨੂੰ ਭੇਜਿਆ ਜਾਏ, ਉਸ ਤੋਂ ਬਾਅਦ ਰਾਸ਼ਟਰਪਤੀ ਉਸ ਨੂੰ ਸੁਪਰੀਮ ਕੋਰਟ ਨੂੰ ਰੈਫਰ ਕਰੇ। ਸੋ ਇੱਕ ਲੰਬੀ ਚੌੜੀ ਪ੍ਰਕਿਰਿਆ ਹੁੰਦੀ ਹੈ ਪੀਪੀਐਸਸੀ ਚੇਅਰਮੈਨ ਨੂੰ ਅਹੁਦੇ ਤੋਂ ਹਟਾਉਣ ਦੀ। ਲੇਕਿਨ ਰਵਿੰਦਰਪਾਲ ਸਿੰਘ ਸਿੱਧੂ ਜੋ ਕਿ ਬੇਸਿਕਲੀ ਐਸੈਂਸ਼ੀਅਲੀ ਇੱਕ ਪੱਤਰਕਾਰ ਸੀ ਤੇ ਉਸਨੇ ਆਪਣੇ ਸਮੇਂ ਉੱਤੇ ਕਈ ਕ੍ਰਿਟੀਕਲ ਰਿਪੋਰਟਸ ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਕਈ ਵਿਅਕਤੀਗਤ ਅਜਿਹੀਆਂ ਰਿਪੋਰਟਸ ਸਨ ਜੋ ਕਿ ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਰਿਪੋਰਟ ਕੀਤੀਆਂ। ਉਹ ਹਰਚਰਨ ਸਿੰਘ ਬਰਾੜ ਦੀ ਸਰਕਾਰ ਦੇ ਵਕਤ ਸਤੰਬਰ 1996 ਦੇ ਵਿੱਚ ਪੀਪੀਐਸਸੀ ਦੇ ਚੇਅਰਮੈਨ ਨਿਯੁਕਤ ਕਰ ਲਏ ਜਾਂਦੇ ਨੇ। ਇਸ ਨਿਯੁਕਤੀ ਤੋਂ ਬਾਅਦ ਹੀ ਹਰਚਰਨ ਸਿੰਘ ਬਰਾੜ ਦੀ ਜਿਹੜੀ ਸਰਕਾਰ ਹੈ ਕੁਝ ਮਹੀਨੇ ਬਾਅਦ ਟੁੱਟ ਜਾਂਦੀ ਹੈ। ਬੀਬੀ ਰਜਿੰਦਰ ਕੌਰ ਭੱਠਲ ਤਕਰੀਬਨ 40-45 ਦਿਨ ਲਈ ਮੁੱਖ ਮੰਤਰੀ ਬਣਦੇ ਨੇ। ਸੱਤਾ ਦੇ ਹਰਚਰਨ ਸਿੰਘ ਬਰਾੜ ਹੱਥੋਂ ਖੁੱਸਣ ਤੋਂ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਦੇ ਹੱਥੋਂ ਪੰਜਾਬ ਦੀ ਵਾਗਡੋਰ ਜਾਣ ਤੋਂ ਬਾਅਦ ਅਤੇ ਪੰਜਾਬ ਦੇ ਵਿੱਚ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਰਵਿੰਦਰਪਾਲ ਸਿੰਘ ਸਿੱਧੂ ਦਾ ਵੀ ਸਟੈਂਡ ਬਦਲਦਾ ਹੈ ਤੇ ਉਹ ਆਪਣਾ ਸਿਆਸੀ ਸਟੈਂਡ ਸਵਿਚ ਕਰਦੇ ਹੋਏ ਵੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਸਾਹਮਣੇ ਨਤਮਸਤਕ ਹੁੰਦੇ ਨੇ। ਇੱਕ ਅਜਿਹੀ ਸਮਝ ਬਣਦੀ ਹੈ ਦੋਵਾਂ ਦੇ ਵਿੱਚ ਵੀ ਰਵਿੰਦਰਪਾਲ ਸਿੰਘ ਸਿੱਧੂ ਨੂੰ ਕੋਈ ਕੁਝ ਨਹੀਂ ਕਹੇਗਾ। ਇਹ ਉਹ ਸਮਾਂ ਹੁੰਦਾ ਜਦੋਂ ਕਿ ਰਵਿੰਦਰਪਾਲ ਸਿੰਘ ਸਿੱਧੂ ਨਵਾਂ ਪੀਪੀਐਸਸੀ ਦਾ ਚੇਅਰਮੈਨ ਬਣਿਆ ਹੁੰਦਾ ਹੈ, ਲੇਕਿਨ ਉਸ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਉਸਨੇ ਇਸ ਅਹੁਦੇ ਤੇ ਰਹਿ ਕੇ ਕਰਨਾ ਕੀ ਹੈ। ਸੋ ਉਸ ਤੋਂ ਬਾਅਦ ਆਉਣ ਵਾਲੇ 5 ਸਾਲ ਕੋਈ ਵੀ ਕਿੰਤੂ ਪਰੰਤੂ ਰਵਿੰਦਰਪਾਲ ਸਿੰਘ ਭੂਮਿਕਾ ਦੇ ਉੱਤੇ ਨਹੀਂ ਹੁੰਦਾ। ਇਸ ਚੀਜ਼ ਦੇ ਬਾਵਜੂਦ ਕਿ ਉਸ ਦੀ ਨਿਯੁਕਤੀ ਹਰਚਰਨ ਸਿੰਘ ਬਰਾੜ ਵੇਲੇ ਹੋਈ ਸੀ, ਕਿਉਂਕਿ ਜਾਂਦੇ ਹਰਚਰਨ ਸਿੰਘ ਬਰਾੜ ਉਹਨਾਂ ਨੂੰ ਨਿਯੁਕਤ ਕਰ ਦਿੰਦੇ ਨੇ ਤੇ ਅਗਲੇ 6 ਸਾਲ ਤੱਕ ਰਵਿੰਦਰਪਾਲ ਸਿੰਘ ਸਿੱਧੂ ਨੇ 2002 ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਆਉਣ ਤੱਕ ਪੀਪੀਐਸਸੀ ਦਾ ਚੇਅਰਮੈਨ ਰਹਿਣਾ ਹੁੰਦਾ ਹੈ। ਇਸ ਦੌਰਾਨ ਇਹਨਾਂ 5 ਸਾਲਾਂ ਦੇ ਵਿੱਚ ਲੁੱਟ ਜਿਸ ਪੱਧਰ ਦੀ ਰਵਿੰਦਰਪਾਲ ਸਿੰਘ ਸਿੱਧੂ ਵੱਲੋਂ ਮਚਾਈ ਜਾਂਦੀ ਹੈ, ਉਸ ਦੇ ਵਿੱਚ ਬਾਦਲ ਸਰਕਾਰ ਦੀ ਪੂਰੀ ਭੂਮਿਕਾ ਰਹਿੰਦੀ ਹੈ। ਬਾਦਲ ਸਰਕਾਰ ਦੀ ਛਤਰ ਛਾਇਆ ਦੇ ਹੇਠ ਹੀ ਐਡੇ ਵੱਡੇ ਪੱਧਰ ਦੀ ਭਰਤੀ ਦਾ ਇੱਕ ਘੋਟਾਲਾ ਹੁੰਦਾ ਹੈ 1998, 1999, ਸਾਲ 2000 ਤੇ ਸਾਲ 2001। ਵੈਸੇ ਤਾਂ ਅਜਿਹੀਆਂ ਸੈਂਕੜਾਂ ਤੇ ਹਜ਼ਾਰਾਂ ਭਰਤੀਆਂ ਉਸ ਵਕਤ ਪੀਪੀਐਸਸੀ ਦੇ ਜ਼ਰੀਏ ਰਵਿੰਦਰਪਾਲ ਸਿੰਘ ਸਿੱਧੂ ਵੱਲੋਂ ਕੀਤੀਆਂ ਗਈਆਂ। ਉਸ ਦੇ ਨਾਲ ਹੋਰ ਤਕਰੀਬਨ 5 ਹੋਰ ਮੈਂਬਰ ਸੀ, 6 ਲੋਕਾਂ ਦਾ ਪੈਨਲ ਸੀ। ਲੇਕਿਨ ਇਹ ਸਮਝਿਆ ਗਿਆ ਵੀ ਇਸ ਦੌਰਾਨ ਪੀਪੀਐਸਸੀ ਚੇਅਰਮੈਨ ਯਾਨੀ ਕਿ ਰਵਿੰਦਰਪਾਲ ਸਿੰਘ ਸਿੱਧੂ ਨੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਵੀ ਮੈਜੋਰਿਟੀ ਜਿਹੜੇ ਮੈਂਬਰ ਨੇ ਉਸ ਦੇ ਨਾਲ ਇੱਕ ਸਮਝ ਬਣਾ ਕੇ ਤੁਰਨ ਤੇ ਕਿਸੇ ਵੀ ਸਥਿਤੀ ਦੇ ਵਿੱਚ ਉਸ ਦੇ ਜਿਹੜੇ ਮੈਂਬਰ ਨੇ ਉਸ ਖਿਲਾਫ ਬਗਾਵਤ ਨਾ ਕਰ ਸਕਣ। ਕੁਝ ਅਜਿਹੇ ਨਿਯਮ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਤਰਮੀਮਾਂ ਕਰਕੇ ਬਦਲਾਅ ਕਰਕੇ ਉਹ ਤਾਕਤਾਂ ਜਿਹੜੀਆਂ ਸੀ ਚੇਅਰਮੈਨ ਨੂੰ ਦਿੱਤੀਆਂ ਗਈਆਂ ਜੋ ਕਿ ਕਮਿਸ਼ਨ ਦਾ ਅਖਤਿਆਰ ਸੀ, ਯਾਨੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਕੁਝ ਫੈਸਲੇ ਲੈਣੇ ਸੀ, ਲੇਕਿਨ ਬਹੁਤ ਹੀ ਤਰੀਕੇ ਦੇ ਨਾਲ ਨੋਮਨਕਲੇਚਰ ਨੂੰ ਬਦਲ ਕੇ ਕਮਿਸ਼ਨ ਦੀ ਥਾਂ ਚੇਅਰਮੈਨ ਦਾ ਨਾਂ ਜਿਹੜਾ ਹੈ ਲਾਤਾ ਗਿਆ ਤੇ ਬਹੁਤ ਸੀਆਂ ਤਾਕਤਾਂ ਜਿਹੜੀਆਂ ਸੀ ਉਹ ਰਵਿੰਦਰਪਾਲ ਸਿੰਘ ਸਿੱਧੂ ਨੇ ਆਪਣੇ ਹੱਥ ਵਿੱਚ ਲੈ ਲਈਆਂ। ਸਮਝਿਆ ਜਾਂਦਾ ਵੀ ਤਕਰੀਬਨ ਇਹਨਾਂ 4 ਸਾਲਾਂ ਵਿੱਚ 98 ਤੋਂ 2001 ਤੱਕ 64 ਐਸੀਆਂ ਉਤਲੇ ਪੱਧਰ ਦੇ ਜਿਹੜੇ ਉਤਲੇ ਦਰਜੇ ਦੀ ਪੀਸੀਐਸ ਦੀਆਂ ਭਰਤੀਆਂ ਸਨ ਉਹ ਹੋਈਆਂ, ਜਿਨ੍ਹਾਂ ਵਿੱਚੋਂ 46 ਜਿਹੜੀ ਭਰਤੀਆਂ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਹਾਈ ਕੋਰਟ ਦੀ ਗਾਜ਼ ਵੀ ਗਿਰੀ। ਇਹ ਭਰਤੀਆਂ ਪੀਸੀਐਸ ਐਗਜ਼ੈਕਟਿਵ, ਪੀਸੀਐਸ ਜੁਡੀਸ਼ੀਅਲ, ਪੀਸੀਐਸ ਅਲਾਈਡ, ਡੀਐਸਪੀ ਅਤੇ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰਾਂ BDPO ਜਿਹੜੇ ਹੁੰਦੇ ਨੇ ਉਹਨਾਂ ਦੀਆਂ ਸਨ, ਜਿਨ੍ਹਾਂ ਦੇ ਵਿੱਚ ਕਿ ਰਿਸ਼ਵਤਾਂ ਦੇ ਰੂਪ ਵਿੱਚ ਕਿਸੇ ਵੀ ਉਮੀਦਵਾਰ ਤੋਂ ਤਕਰੀਬਨ 30 ਲੱਖ ਰੁਪਏ ਤੋਂ ਲੈ ਕੇ ਯਾਨੀ ਕਿ ਹੇਠਲੀਆਂ ਪੋਸਟਾਂ ਲਈ 30 ਲੱਖ ਰੁਪਏ ਤੋਂ ਲੈ ਕੇ ਜਿਹੜੀਆਂ ਪੀਸੀਐਸ ਐਗਜ਼ੈਕਟਿਵ, ਅਲਾਈਡ ਜਾਂ ਜੁਡੀਸ਼ੀਅਲ ਸਨ ਉਹਨਾਂ ਲਈ 75 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਸੀ ਉਹ ਲਈ ਜਾਂਦੀ ਸੀ। ਇੱਕ ਬਹੁਤ ਲੰਬਾ ਚੌੜਾ ਸਕੈਮ ਸੀ, ਘੁਟਾਲਾ ਸੀ, ਜਿਸ ਦੇ ਵਿੱਚ ਕਿ ਰਵਿੰਦਰਪਾਲ ਸਿੰਘ ਸਿੱਧੂ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਲਈ ਕੁਝ ਐਸੇ ਦਲਾਲ ਲੱਭੇ, ਕੁਝ ਐਸੇ ਟਾਊਟ ਲੱਭੇ ਜੋ ਕਿ ਬਾਅਦ ਦੇ ਵਿੱਚ ਉਸ ਲਈ ਸਭ ਤੋਂ ਵੱਡੀ ਦਿੱਕਤ ਖੜੀ ਕਰਨ ਵਾਲੇ ਹੀ ਗਵਾਹ ਵੀ ਬਣੇ ਤੇ ਉਸ ਦੇ ਖਿਲਾਫ ਅਪਰੂਵਰ ਵੀ ਅਦਾਲਤਾਂ ਦੇ ਵਿੱਚ ਬਣੇ। ਰਵਿੰਦਰਪਾਲ ਸਿੰਘ ਸਿੱਧੂ ਨੇ ਇਸ ਪੂਰੇ ਦੇ ਪੂਰੇ ਘੁਟਾਲੇ ਦੇ ਵਿੱਚ ਕਈ ਅਜਿਹੇ ਦਲਾਲਾਂ ਤੇ ਟਾਊਟਸ ਦੀ ਮਦਦ ਲਈ ਜਿਸ ਤਹਿਤ ਕਿ ਉਸ ਦੇ 2 ਜਾਂ 3 ਜਿਹੜੇ ਅਹਿਮ ਟਾਊਟ ਸਨ ਉਹਨਾਂ ਦੇ ਵਿੱਚੋਂ ਉਸ ਦਾ ਇੱਕ ਬਹੁਤ ਕਰੀਬੀ ਜਗਮਾਨ ਸਿੰਘ ਉਸ ਦਾ ਦੋਸਤ ਵੀ ਸੀ। 9 ਸੈਕਟਰ ਦੀ ਉਸ ਦੀ ਕੋਠੀ ਨੂੰ ਵਰਤਿਆ ਜਾਂਦਾ ਸੀ। ਇਸ ਤੋਂ ਇਲਾਵਾ ਰਣਧੀਰ ਸਿੰਘ ਗਿੱਲ ਇਸ ਦਾ ਨਾਂ ਸੀ, ਲੇਕਿਨ ਇਸ ਨੂੰ ਤੀਰਾ ਦੇ ਨਾਂ ਨਾਲੋਂ ਜਾਣਿਆ ਜਾਂਦਾ ਸੀ। ਸੋ ਰਣਧੀਰ ਤੀਰਾ ਇੱਕ ਬਹੁਤ ਮੇਜਰ ਕਿਰਦਾਰ ਸੀ ਜੋ ਕਿ ਬੇਸਿਕਲੀ ਮਾਰਕਫੈਡ ਦਾ EMPLOYE ਸੀ, ਲੇਕਿਨ ਇਸ ਨੂੰ ਵੀ ਉਹ ਲੋਕ ਲੱਭਣ, ਉਹ ਕੈਂਡੀਡੇਟਸ ਲੱਭਣ ਦੇ ਵਿੱਚ ਰਵਿੰਦਰਪਾਲ ਸਿੰਘ ਸਿੱਧੂ ਨੇ ਲਾਇਆ ਜੋ ਕਿ ਇਸ ਤਰੀਕੇ ਦੇ ਮੋਟੀ ਜਿਹੜੀ ਰਿਸ਼ਵਤ ਹੈ, ਮੋਟਾ ਜਿਹੜਾ ਪੈਸਾ ਹੈ 25 30 40 50 ਲੱਖ ਇਹਨਾਂ ਅਸਾਮੀਆਂ ਜਾਂ ਉਹਨਾਂ ਪੇਪਰਾਂ ਦੇ ਵਿੱਚ ਇਹਨਾਂ ਨੂੰ ਦਿੱਤੀ ਜਾਣ ਵਾਲੀ ਫੇਵਰ ਦੇ ਬਦਲੇ ਦੇ ਸਕਣ। ਇਸ ਤੋਂ ਇਲਾਵਾ ਇੱਕ ਪ੍ਰੇਮ ਸਾਗਰ ਨਾਂ ਦਾ ਹੋਰ ਦਲਾਲ ਸੀ, ਟਾਊਟ ਸੀ। ਮਾਰਕਫੈਡ ਦੇ ਹੀ ਰਣਧੀਰ ਤੀਰਾ ਦੇ ਨਾਲ ਦੇ ਤਕਰੀਬਨ 1.5 ਦਰਜਨ ਹੋਰ ਜਿਹੜੇ ਲੋਕ ਸਨ, ਕਈ ਹੋਰ ਮਹਿਕਮਿਆਂ ਦੇ ਵੀ, ਉਹਨਾਂ ਨੂੰ ਵੀ ਗਰਾਊਂਡ ਦੇ ਵਿੱਚ ਇਹ ਲੋਕਾਂ ਨੇ ਫੈਲਾਤਾ ਤੇ ਅਜਿਹੇ ਕੈਂਡੀਡੇਟਸ ਜਾਂ ਅਸਾਮੀਆਂ ਲੱਭਣ ਦੇ ਵਿੱਚ ਇਹ ਲੋਕ ਇਨਵੋਲਵ ਹੋਏ। ਇਹਨਾਂ ਦੀ ਪਾਲ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਜੋ ਕਿ ਮੋਟਾ ਪੈਸਾ ਦੇ ਕੇ ਪੀਪੀਐਸਸੀ ਦੇ ਵਿੱਚ ਆਪਣੇ ਲੋਕਾਂ ਨੂੰ ਪੀਸੀਐਸ ਦੇ ਅਲੱਗ-ਅਲੱਗ ਅਹੁਦਿਆਂ ਉੱਤੇ ਲਗਵਾਉਣਾ ਚਾਹੁੰਦੇ ਸਨ।
ਇਹ ਜਿਹੜਾ ਪੂਰਾ ਦਾ ਪੂਰਾ ਗੋਰਖ ਧੰਦਾ ਸੀ ਚੰਡੀਗੜ੍ਹ ਦੀ 2 ਕੋਠੀਆਂ ਤੋਂ ਆਪਰੇਟ ਹੁੰਦਾ ਸੀ। ਸੈਕਟਰ 9 ਦੇ ਵਿੱਚ ਜਗਮਾਨ ਸਿੰਘ ਦੀ ਕੋਠੀ ਸੀ ਤੇ ਸੈਕਟਰ 10 ਦੇ ਵਿੱਚ ਰਵਿੰਦਰਪਾਲ ਸਿੰਘ ਸਿੱਧੂ ਦੀ ਮਾਂ ਪ੍ਰਿਤਪਾਲ ਕੌਰ ਦੀ ਕੋਠੀ ਸੀ। ਪ੍ਰਿਤਪਾਲ ਕੌਰ ਖੁਦ ਵੀ ਇਸ ਪੂਰੇ ਦੇ ਪੂਰੇ ਸਕੈਂਡਲ ਦੇ ਵਿੱਚ ਇਨਵੋਲਵ ਰਹੀ। ਇਹ ਦੋਵੇਂ ਕੋਠੀਆਂ ਦੇ ਵਿੱਚ 2-2 ਕਰਕੇ ਕੈਂਡੀਡੇਟਸ ਨੂੰ ਇਮਤਿਹਾਨਾਂ ਤੋਂ ਪਹਿਲਾਂ, ਐਗਜ਼ਾਮੀਨੇਸ਼ਨ ਤੋਂ ਪਹਿਲਾਂ ਇੱਕ ਦਿਨ ਬੁਲਾਇਆ ਜਾਂਦਾ ਸੀ। ਜਿਹੜੇ ਕੁਐਸਚਨ ਪੇਪਰ ਹੁੰਦੇ ਸਨ ਉਹਨਾਂ ਦੀ ਨਜ਼ਰ ਕੀਤੇ ਜਾਂਦੇ ਸਨ। ਉਹਨਾਂ ਨੂੰ ਉੱਥੇ ਇਹਨਾਂ ਇਮਤਿਹਾਨਾਂ ਦੀ ਤਿਆਰੀ ਕਰਾਈ ਜਾਂਦੀ ਸੀ। ਉਹ ਪੇਪਰ ਯਾਨੀ ਕਿ ਜੋ ਅਗਲੇ ਦਿਨ ਇਮਤਿਹਾਨਾਂ ਦੇ ਵਿੱਚ ਆਉਣਾ ਹੁੰਦਾ ਸੀ, ਉਸ ਤੋਂ ਬਾਅਦ ਇਹ ਲੋਕਾਂ ਨੂੰ ਪੇਪਰ ਦੇ ਵਿੱਚ ਬਿਠਾਇਆ ਜਾਂਦਾ ਸੀ, ਜਿਸ ਤੋਂ ਬਾਅਦ ਕਿ ਜਦੋਂ ਇਹਨਾਂ ਦੀਆਂ ਆਨਸਰ ਸ਼ੀਟਸ ਜਾਂਦੀਆਂ ਸਨ ਉਸ ਵਕਤ ਵੀ ਕਮਿਸ਼ਨ ਵੱਲੋਂ ਜਾਂ ਰਵਿੰਦਰਪਾਲ ਸਿੰਘ ਸਿੱਧੂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕਈ ਹੋਰ ਥਾਵਾਂ, ਕਈ ਹੋਰ ਯੂਨੀਵਰਸਿਟੀਆਂ ਦੇ ਜਿਹੜੇ ਐਗਜ਼ਾਮੀਨਰ ਹੁੰਦੇ ਸਨ, ਪੇਪਰ ਚੈੱਕ ਕਰਨ ਵਾਲੇ ਹੁੰਦੇ ਸਨ, ਉਹਨਾਂ ਦੀ ਇਨਵੋਲਵਮੈਂਟ ਦੇ ਨਾਲ ਹੀ ਇਹ ਜਿਹੜੇ ਕੈਂਡੀਡੇਟਸ ਹੁੰਦੇ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ਖੁਦ ਰਵਿੰਦਰਪਾਲ ਸਿੰਘ ਸਿੱਧੂ ਜਾਂ ਉਸ ਦਾ ਜਿਹੜਾ ਸਕੱਤਰ ਸੀ PPSC ਦਾ, ਪ੍ਰਿਤਪਾਲ ਸਿੰਘ ਉਸ ਦਾ ਵੀ ਨਾਂ ਸੀ, ਉਸ ਵੱਲੋਂ ਕੀਤੀ ਜਾਂਦੀ ਸੀ। ਸੋ PPSC ਦਾ ਚੇਅਰਮੈਨ ਤੇ PPSC ਦਾ ਜਿਹੜਾ ਸਕੱਤਰ, ਜੋ ਕਿ ਦੋਨੋਂ ਹੀ ਐਕਸਟ੍ਰੀਮਲੀ ਪਾਵਰਫੁਲ ਅਹੁਦੇ ਹੁੰਦੇ ਨੇ, ਉਹ ਦੋਵਾਂ ਵੱਲੋਂ ਹਿਦਾਇਤਾਂ ਜਾਂਦੀਆਂ ਸਨ। ਸੋ 5 ਅਜਿਹੇ ਪ੍ਰੋਫੈਸਰ ਬਾਅਦ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਕਾਬੂ ਚੜੇ, ਜਿਨ੍ਹਾਂ ਤੋਂ ਪੁੱਛਗਿੱਛ ਹੋਈ। ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲਾਂ ਬਾਤਾਂ ਨਿਕਲੀਆਂ ਕਿ ਉਹਨਾਂ ਪ੍ਰੋਫੈਸਰਸ ਨੂੰ ਇਹ ਦੱਸਿਆ ਜਾਂਦਾ ਸੀ ਵੀ ਕਿਹੜੇ ਕੈਂਡੀਡੇਟ ਦੀ ਮਦਦ ਕਰਨੀ ਹੈ। ਸੋ ਪਹਿਲਾਂ ਤਾਂ ਕੁਐਸਚਨ ਪੇਪਰ ਯਾਨੀ ਕਿ ਇਮਤਿਹਾਨ ਵਿੱਚ ਆਉਣ ਵਾਲੇ ਪੇਪਰ ਜਿਹੜੇ ਸਵਾਲ ਹੁੰਦੇ ਸਨ ਉਹਨਾਂ ਦੀ ਤਿਆਰੀ ਕਰਵਾਤੀ ਜਾਂਦੀ ਸੀ। ਉਹ ਜਿਹੜੀ ਕਮੀ ਪੇਸ਼ੀ ਸੀ ਉਸ ਨੂੰ ਆਨਸਰ ਸ਼ੀਟਸ ਦੇ ਵਿੱਚ ਕਵਰ ਅਪ ਕੀਤਾ ਜਾਂਦਾ ਸੀ ਤੇ ਬਾਅਦ ਦੇ ਵਿੱਚ ਜਦੋਂ ਇੰਟਰਵਿਊ ਹੋਣੀ ਹੁੰਦੀ ਸੀ ਉਸ ਵਿੱਚ ਜਿਹੜਾ ਦਾ ਪੈਨਲ ਬੈਠਦਾ ਸੀ ਤੇ ਬਹੁਤ ਸੇ ਕੇਸਾਂ ਦੇ ਵਿੱਚ ਇੱਕ 1 ਮੈਂਬਰ ਪੈਨਲ ਬੈਠਦਾ ਸੀ ਜੋ ਕਿ ਖੁਦ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਦਾ ਹੁੰਦਾ ਸੀ। ਸੋ ਉਹਨਾਂ ਕੇਸਾਂ ਦੇ ਵਿੱਚ ਵੀ ਜਿੰਨੇ ਵੀ ਇਹ ਜਿਹੜੇ ਮੈਂਬਰ ਹੁੰਦੇ ਸਨ PPSC ਦੇ, ਤਕਰੀਬਨ 3 ਜਾਂ 4 ਮੈਂਬਰ ਰਵਿੰਦਰਪਾਲ ਸਿੰਘ ਸਿੱਧੂ ਆਪਣੇ ਨਾਲ ਰੱਖਦਾ ਸੀ। ਉਹਨਾਂ ਦੀ ਰੈਂਕਿੰਗ ਜਾਂ ਜਿਹੜੇ ਨੰਬਰ ਦਿੱਤੇ ਜਾਂਦੇ ਸਨ ਇਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਰਿਸ਼ਵਤ ਦਿੱਤੀ ਹੁੰਦੀ ਸੀ, ਉਹ ਬਰਾਬਰ ਨੰਬਰ ਦਿੱਤੇ ਜਾਂਦੇ ਸਨ। ਸੋ ਇਹ ਸਾਰੀਆਂ ਗੱਲਾਂ ਬਾਤਾਂ ਬਾਅਦ ਦੇ ਵਿੱਚ ਵਿਜੀਲੈਂਸ ਪੜਤਾਲ ਦਾ ਹਿੱਸਾ ਬਣੀਆਂ। ਸੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ 46 ਤਾਂ ਉਹ ਲੋਕ ਜੋ ਕਿ 1998 ਤੋਂ 2000 ਤੱਕ PCS ਐਗਜ਼ੈਕਟਿਵ, ਐਲਾਈਡ, PCS ਜੁਡੀਸ਼ੀਅਲ, DSP ਅਤੇ BDPO ਦੇ ਅਹੁਦਿਆਂ ਤੇ ਨਿਯੁਕਤ ਹੋ ਚੁੱਕੇ ਸਨ। ਪ੍ਰੋਬੇਸ਼ਨਰੀ ਪੀਰੀਅਡ ਦੇ ਵਿੱਚ ਉਹ ਕੰਮ ਕਰ ਰਹੇ ਸਨ, ਅਲੱਗ-ਅਲੱਗ ਅਹੁਦਿਆਂ ਦੇ ਉਹਨਾਂ ਦੀ ਡਿਊਟੀ ਸੀ। ਉਸ ਤੋਂ ਇਲਾਵਾ 2001 ਦੇ ਵਿੱਚ ਤਕਰੀਬਨ 18 ਹੋਰ ਅਜਿਹੇ ਅਫਸਰਾਂ ਦੀਆਂ ਜਿਹੜੀਆਂ ਭਰਤੀਆਂ ਜੋ ਕਿ ਅਜੇ ਉਹਨਾਂ ਦਾ ਇਮਤਿਹਾਨ ਹੋਏ ਸੀ। ਇਹ ਸਾਰੀਆਂ ਗੱਲਾਂ ਬਾਤਾਂ ਵਿੱਚ ਹੀ ਸੀ ਐਡਾ ਵੱਡਾ ਗੋਰਖ ਧੰਦਾ ਰਵਿੰਦਰਪਾਲ ਸਿੰਘ ਸਿੱਧੂ ਚਲਾ ਰਿਹਾ ਸੀ। ਤੇ ਉਸ ਦੌਰਾਨ ਕੁਝ ਜਿਹੜੇ PPSC ਦੇ ਜਿਹੜੇ ਹੋਰ ਮੈਂਬਰ ਸਨ, ਜਿਸ ਦੇ ਵਿੱਚ ਅਮਰਜੀਤ ਚਾਵਲਾ ਵਰਗੇ ਕੁਝ ਲੋਕ ਸਨ ਜੋ ਕਿ ਇੱਕ ਲੀਗ ਦੇ ਵਿੱਚ ਨਹੀਂ ਸਨ, ਰਵਿੰਦਰਪਾਲ ਸਿੰਘ ਸਿੱਧੂ ਦੇ ਨਾਲ ਉਹਨਾਂ ਦਾ ਕੋਈ ਸਾਂਝ ਸਮਝੌਤਾ ਇਹ ਸਮਝ ਨਹੀਂ ਸੀ, ਉਹਨਾਂ ਵੱਲੋਂ ਇਤਰਾਜ਼ ਚੁੱਕੇ ਜਾਣੇ ਸ਼ੁਰੂ ਹੋਏ। ਇਹ ਇਤਰਾਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਵੀ ਪਹੁੰਚੇ। ਲੇਕਿਨ ਕੀ ਅੰਦਰ ਖਾਤੇ ਦੀ ਅੰਡਰਸਟੈਂਡਿੰਗ ਸੀ ਰਵਿੰਦਰਪਾਲ ਸਿੰਘ ਸਿੱਧੂ ਦੀ ਨੂੰ ਕੋਈ ਵੀ ਰੋਕਣ ਵਾਲਾ ਉਸ ਵਕਤਾਂ ਦੇ ਵਿੱਚ ਜਾਂ ਉਸ ਦੌਰ ਦੇ ਵਿੱਚ ਕੋਈ ਕਿਉਂ ਨਹੀਂ ਸੀ? ਕਿਸੇ ਨੇ ਉਸ ਤੇ ਉਂਗਲ ਨਹੀਂ ਚੁੱਕੀ, ਉਸ ਦੇ ਖਿਲਾਫ ਕੋਈ ਵੀ ਕਾਰਵਾਈ ਅਦਾਲਤਾਂ ਦੇ ਜ਼ਰੀਏ ਸੰਭਵ ਹੀ ਨਹੀਂ ਸੀ। ਅਦਾਲਤਾਂ ਦੇ ਵਿੱਚ ਇਹ ਲੋਕ ਗਏ ਵੀ ਲੇਕਿਨ ਕੁਝ ਵੀ ਕਾਮਯਾਬੀ ਇਹਨਾਂ ਨੂੰ ਹਾਸਲ ਨਹੀਂ ਹੋ ਪਾਈ ਤੇ ਅਦਾਲਤਾਂ ਦੇ ਵਿੱਚੋਂ ਵੀ ਇਹ ਜਿਹੜੇ ਮੈਂਬਰ ਜੋ ਕਿ ਸੁਖਬੁਗਾ ਰਹੇ ਸਨ, ਰਵਿੰਦਰਪਾਲ ਸਿੰਘ ਸਿੱਧੂ ਕਿਸ ਤਰੀਕੇ ਨਾਲ ਆਪਣੀ ਮੋਨੋਪੋਲੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੇ ਕਰਕੇ ਬੈਠਾ ਹੈ ਉਸ ਤੋਂ ਪਰੇਸ਼ਾਨ ਸਨ, ਲੇਕਿਨ ਉਹਨਾਂ ਦਾ ਹੱਥ ਵਸ ਨਹੀਂ ਚੱਲਿਆ। ਅਖੀਰ ਦੇ ਵਿੱਚ ਸਾਲ 2002 ਦੇ ਉਸ ਘਟਨਾਕ੍ਰਮ ਤੇ ਘਟਨਾ ਚੱਕਰ ਤੇ ਆ ਜਾਂਦੇ ਆ ਜੋ ਕਿ ਕਾਫੀ ਮਹੱਤਵਪੂਰਨ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ 2002 ਦੇ ਵਿੱਚ ਬਣਦੀ ਹੈ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਐਕਸ਼ਨ ਪਲਾਨ ਕੀਤਾ ਜਾਂਦਾ ਹੈ। ਹੁਣ ਇੱਥੇ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਪੁਲਿਸ ਦੀ ਉਸ ਖਾਨਾ ਜੰਗੀ ਦੀ ਜੋ ਕਿ ਉਸ ਦੌਰ ਦੇ ਵਿੱਚ ਸ਼ੁਰੂ ਹੋਈ ਸੀ। ਮੈਂ ਪਹਿਲਾਂ ਵੀ ਇੱਕ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆਇਆ ਸੀ ਜਿਸ ਵਿੱਚ ਕਿ ਮੈਂ ਸੁਮੇਧ ਸਿੰਘ ਸੈਣੀ ਤੇ ਸਾਬਕਾ ਜਿਹੜੇ DGP ਸਰਬਦੀਪ ਸਿੰਘ ਵਿਰਕ ਦਾ ਜਿਹੜਾ ਝਗੜਾ ਕਲੇਸ਼ ਕਿੱਥੋਂ ਸ਼ੁਰੂ ਹੋਇਆ ਉਸ ਸੰਦਰਭ ਦੇ ਵਿੱਚ ਇਸ PPSC ਘੋਟਾਲੇ ਦਾ ਜ਼ਿਕਰ ਕੀਤਾ ਸੀ। ਕੁਝ ਡਿਟੇਲ ਮੈਂ ਉਸ ਵਿੱਚ ਸਾਂਝੀਆਂ ਕੀਤੀਆਂ ਸਨ, ਲੇਕਿਨ ਮੈਂ ਦੁਬਾਰਾ ਉਹ ਸਾਰੀਆਂ ਡਿਟੇਲ ਤੁਹਾਡੀ ਨਜ਼ਰ ਅੱਜ ਕਰ ਦਿੰਦਾ ਕਿਉਂਕਿ ਹੋਇਆ ਇਹ ਸੀ ਵੀ 2002 ਦੀ ਸ਼ੁਰੂਆਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ। ਉਸ ਵਕਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਜਿਹੜਾ ਮੁਖੀ ਹੁੰਦਾ ਹੈ ਉਹ ਹੁੰਦੇ ਨੇ AP ਭਟਨਾਗਰ, ਜੋ ਕਿ ਬਹੁਤ ਹੀ ਇੰਟੈਗ੍ਰਿਟੀ ਵਾਲੇ ਤੇ ਇਮਾਨਦਾਰ ਅਫਸਰਾਂ ਵਿੱਚੋਂ ਇੱਕ ਸਨ। ਪੰਜਾਬ ਦੇ ਸਭ ਤੋਂ ਕਾਬਲ ਅਫਸਰਾਂ ਦੇ ਵਿੱਚੋਂ ਅੱਜ ਤੱਕ ਜਿੰਨੇ ਮੈਂ ਮਿਲਿਆ ਹੈ, ਮੈਂ ਦੇਖਿਆ ਹੈ, ਜਿਨ੍ਹਾਂ ਨੂੰ ਮੈਂ ਮੁਲਾਕਾਤਾਂ ਇੰਟਰਵਿਊ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ, ਉਹਨਾਂ ਦੇ ਵਿੱਚੋਂ ਮੈਂ ਉਹਨਾਂ ਨੂੰ ਇੱਕ ਕਹਿ ਸਕਦਾ ਹਾਂ। AP ਭਟਨਾਗਰ ਦੇ ਹੇਠ IG ਇੰਟੈਲੀਜੈਂਸ ਹੁੰਦੇ ਨੇ ਸੁਮੇਧ ਸਿੰਘ ਸੈਣੀ। ਸੁਮੇਧ ਸਿੰਘ ਸੈਣੀ ਤੇ AP ਭਟਨਾਗਰ ਦੀ ਟੀਮ ਦੀ ਇੱਕ ਅੱਛੀ ਅੰਡਰਸਟੈਂਡਿੰਗ ਵੇਵਲੈਂਥ ਹੁੰਦੀ ਹੈ। ਇਸੇ ਦੌਰਾਨ ਇਸ ਇੰਟੈਲੀਜੈਂਸ ਟੀਮ ਨੂੰ ਇੱਕ ਇਨਪੁਟ ਮਿਲਦੀ ਹੈ। ਇਨਪੁਟ ਕਿੱਥੋਂ ਮਿਲਦੀ ਹੈ? ਇੱਕ ਭੂਪਜੀਤ ਸਿੰਘ ਨਾਂ ਦਾ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਹੁੰਦਾ ਜੋ ਕਿ ਚੰਡੀਗੜ੍ਹ ਦੇ ਵਿੱਚ ਤੈਨਾਤ ਹੁੰਦਾ ਹੈ। ਭੂਪਜੀਤ ਸਿੰਘ ਉਹੀ ਸ਼ਖਸ ਹੈ ਜਿਨ੍ਹਾਂ ਦੀ ਮੌਤ ਸਾਲ 2010 ਦੇ ਵਿੱਚ ਹੋਈ ਸੀ, ਲੇਕਿਨ ਭੂਪਜੀਤ ਸਿੰਘ ਬੇਸਿਕਲੀ ਕੁੜਮ ਹੈ ਗੁਰਪ੍ਰੀਤ ਸਿੰਘ ਕਾਂਗੜ ਦਾ। ਹੁਣੀ ਰੀਸੈਂਟਲੀ ਤੁਸੀਂ ਖਬਰਾਂ ਨੂੰ ਚਰਚਾ ਦੇ ਵਿੱਚ ਸੁਣਿਆ ਹੈ, ਸੁਰਖੀਆਂ ਵੀ ਬਣੀ ਜਦੋਂ ਕਿ ਗੁਰਪ੍ਰੀਤ ਸਿੰਘ ਕਾਂਗੜ ਦੇ ਦਮਾਦ ਨੂੰ ਐਕਸਾਈਜ਼ ਐਂਡ ਟੈਕਸੇਸ਼ਨ ਦਾ ਅਫਸਰ ਲਾਤਾ ਗਿਆ। ਇਸ ਉੱਤੇ ਲੰਬਾ ਚੌੜਾ ਵਿਵਾਦ ਵੀ ਹੋਇਆ। ਵਿਵਾਦ ਤਾਂ ਕਈ ਹੋਰ ਮੰਤਰੀਆਂ ਤੇ ਵਿਧਾਇਕਾਂ ਨੂੰ ਲੈ ਕੇ ਵੀ ਹੋਇਆ, ਲੇਕਿਨ ਇਹ ਜਿਹੜੀ ਨਿਯੁਕਤੀ ਸੀ ਇਸ ਨੂੰ ਵਾਪਸ ਨਹੀਂ ਲਿਆ ਗਿਆ। ਸੋ ਗੁਰਪ੍ਰੀਤ ਸਿੰਘ ਕਾਂਗੜ ਦਾ ਕੁੜਮ ਭੂਪਜੀਤ ਸਿੰਘ ਖੁਦ ਇੱਕ ਐਕਸਾਈਜ਼ ਟੈਕਸੇਸ਼ਨ ਦਾ ਇੰਸਪੈਕਟਰ ਸੀ
ਤੇ ਉਸ ਵੱਲੋਂ ਆਪਣੀ ਨੋਮੀਨੇਸ਼ਨ ਜਿਹੜੀ ਸੀ ਪੀਸੀਐਸ ਵਿੱਚ ਕਰਾਏ ਜਾਣ ਦੇ ਐਵਜ਼ ਦੇ ਵਿੱਚ 35 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਜਿਹੜੀ ਸੀ ਉਹ ਪੀਪੀਐਸਸੀ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਵੱਲੋਂ ਕੀਤੀ ਗਈ ਥਰੂ ਅ ਟਾਊਟ। ਜਗਮਾਨ, ਪ੍ਰੇਮ ਸਾਗਰ ਤੇ ਜਿਹੜਾ ਰਣਧੀਰ ਧੀਰਾ ਸੀ, ਇਹ ਸਾਰੇ ਉਹਦੇ ਟਾਊਟ ਸਨ। ਸੋ 35 ਲੱਖ ਰੁਪਏ ਦਿੱਤਾ ਜਾਣਾ ਸੀ ਤੇ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਨੂੰ ਪੀਸੀਐਸ ਗ੍ਰੇਡ ਦੇ ਵਿੱਚ ਲੈ ਕੇ ਆਉਣਾ ਸੀ ਐਗਜ਼ੈਕਟਿਵ ਦੇ ਵਿੱਚ, ਤੇ ਇਸ ਨੋਮੀਨੇਸ਼ਨ ਲਈ 35 ਲੱਖ ਰੁਪਏ ਚਾਰਜ ਕਰਨਾ ਸੀ। 5 ਲੱਖ ਰੁਪਏ ਦੀ ਜਿਹੜੀ ਐਡਵਾਂਸ ਦੀ ਪੇਮੈਂਟ ਸੀ ਉਹ 39 ਸੈਕਟਰ ਦੇ ਵਿੱਚ ਦਿੱਤੀ ਜਾਣੀ ਸੀ। ਹੁਣ ਇੱਥੇ ਰਵਿੰਦਰਪਾਲ ਸਿੰਘ ਸਿੱਧੂ ਦੇ ਮੋਡਸ ਆਪਰੈਂਡੀ ਨੂੰ ਪਹਿਲੇ ਕੁਝ ਸਾਲਾਂ ਦੇ ਵਿੱਚ ਸਮਝਿਆ ਜਾ ਸਕਦਾ ਜਦੋਂ ਕਿ ਉਹ ਰਿਸ਼ਵਤ ਖੁਦ ਨਹੀਂ ਸੀ ਲੈਂਦਾ, ਆਪਣੇ ਦਲਾਲ, ਆਪਣੇ ਟਾਊਟ ਜੋ ਕਿ ਉਹਨੇ ਛੱਡੇ ਸੀ ਉਹ ਰਿਸ਼ਵਤ ਲੈ ਕੇ ਆਉਂਦੇ ਸੀ ਤੇ ਉਹ ਪੈਸਾ ਰਵਿੰਦਰਪਾਲ ਸਿੰਘ ਸਿੱਧੂ ਨੂੰ ਦਿੱਤਾ ਜਾਂਦਾ ਸੀ, ਜੋ ਬਾਅਦ ਦੇ ਵਿੱਚ ਆਪਣੇ ਲੋਕਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਜਾਂ ਹੋਰ ਥਾਵਾਂ ਤੇ ਜਿਸ ਤਰੀਕੇ ਨਾਲ ਵੀ ਹਵਾਲਾ ਦੇ ਜ਼ਰੀਏ ਉਸਨੇ ਰੂਟ ਕਰਨਾ ਹੁੰਦਾ ਸੀ ਉਸ ਪੈਸੇ ਨੂੰ ਕਰ ਦਿੰਦਾ ਸੀ। ਲੇਕਿਨ ਬਾਅਦ ਦੇ ਵਿੱਚ ਕੰਮ ਐਡਾ ਖੁੱਲਾ ਹੋ ਚੁੱਕਾ ਸੀ ਵੀ ਸੈਕਟਰ 10 ਦੀ ਉਸਦੀ ਕੋਠੀ ਜਾਂ ਫਿਰ 39 ਸੈਕਟਰ ਦੀ ਆਪਣੀ ਅਫੀਸ਼ੀਅਲ ਰਿਹਾਇਸ਼ ਉੱਤੇ ਵੀ ਖੁੱਲ੍ਹਾ ਰਵਿੰਦਰਪਾਲ ਸਿੰਘ ਸਿੱਧੂ ਨੇ ਪੈਸੇ ਲੈਣ ਦਾ ਸਿਲਸਿਲਾ ਸ਼ੁਰੂ ਕਰਤਾ। ਸੋ ਕੋਈ ਵੀ ਝਿਜਕ ਨਹੀਂ ਰਹੀ ਸੀ, ਸਰਕਾਰ ਲਗਭਗ ਜਾ ਚੁੱਕੀ ਸੀ, ਨਵੀਂ ਸਰਕਾਰ ਆ ਚੁੱਕੀ ਸੀ, ਲੇਕਿਨ ਕਿਤੇ ਵੀ ਸੁਪਨੇ ਦੇ ਵਿੱਚ ਵੀ ਤਕਰੀਬਨ 5.5 ਸਾਲ ਤੱਕ ਹੱਦ ਦਰਜੇ ਦੀ ਜਿਹੜੀ ਬੇਈਮਾਨੀ ਤੇ ਰਿਸ਼ਵਤਖੋਰੀ ਕਰ ਚੁੱਕੇ ਰਵਿੰਦਰਪਾਲ ਸਿੰਘ ਸਿੱਧੂ ਨੇ ਸੋਚਿਆ ਨਹੀਂ ਸੀ ਵੀ ਉਸ ਉੱਤੇ ਹੱਥ ਪੈ ਸਕਦਾ ਹੈ। ਸੋ ਪੂਵਜੀਤ ਸਿੰਘ ਨੇ ਜਿਹੜੀ ਜਾਣਕਾਰੀ, ਪੂਵਜੀਤ ਸਿੰਘ ਬੇਸਿਕਲੀ ਪਰਮਰਾਜ ਸਿੰਘ ਉਮਰਾਨੰਗਲ ਦਾ ਜਾਣਕਾਰ ਸੀ, ਉਹਨਾਂ ਦਾ ਮਿੱਤਰ ਸੀ, ਸ਼ਾਇਦ ਕਲਾਸਮੇਟ ਸੀ। ਪਰਮਰਾਜ ਸਿੰਘ ਉਮਰਾਨੰਗਲ ਸੁਮੇਧ ਸਿੰਘ ਸੈਣੀ ਦੇ ਖਾਸਮ ਖਾਸ ਰਹੇ ਨੇ। ਸੋ ਇਹ ਜਾਣਕਾਰੀ ਪੂਵਜੀਤ ਸਿੰਘ ਦੇ ਥਰੂ ਸੁਮੇਧ ਸਿੰਘ ਸੈਣੀ ਜੋ ਕਿ ਆਈਜੀ ਇੰਟੈਲੀਜੈਂਸ ਹੁੰਦੇ ਨੇ, ਬੇਸਿਕਲੀ ਉਹਨਾਂ ਦਾ ਕੁਝ ਕੰਮ ਹੁੰਦਾ ਨਹੀਂ ਇਸ ਪੂਰੇ ਆਪਰੇਸ਼ਨ ਦੇ ਵਿੱਚ, ਲੇਕਿਨ ਉਹਨਾਂ ਕੋਲ ਪਹੁੰਚਦੀ ਹੈ। ਆਈਜੀ ਇੰਟੈਲੀਜੈਂਸ ਵੱਲੋਂ ਏਪੀ ਭਟਨਾਗਰ ਆਪਣੇ ਏਡੀਜੀਪੀ ਇੰਟੈਲੀਜੈਂਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਇਸ ਤਰੀਕੇ ਦਾ ਇੱਕ ਟਰੈਪ ਸੰਭਵ ਹੈ ਜੋ ਕਿ ਪੀਪੀਐਸਸੀ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉੱਤੇ ਲੱਗ ਸਕਦਾ ਹੈ। ਇਸ ਤੋਂ ਬਾਅਦ ਪੂਰੀ ਦੀ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਤੇ 5 ਲੱਖ ਰੁਪਏ ਦੀ ਨਕਦੀ ਲੈ ਕੇ ਪੂਪਜੀਤ ਸਿੰਘ ਸੈਕਟਰ 39 ਦੇ ਰਵਿੰਦਰਪਾਲ ਸਿੰਘ ਸਿੱਧੂ ਦੇ ਘਰ 25 ਮਾਰਚ 2002 ਨੂੰ ਪਹੁੰਚਦਾ ਹੈ। ਇਸ ਤੋਂ ਇੱਕ ਦਿਨ ਪਹਿਲਾਂ 24 ਮਾਰਚ 2002 ਨੂੰ ਮੋਹਾਲੀ ਦੇ ਹੀ ਇੱਕ ਘਰ ਦੇ ਵਿੱਚ ਇਹ ਡੀਲ ਸੈੱਟ ਹੋਈ ਹੁੰਦੀ ਹੈ। 35 ਲੱਖ ਰੁਪਏ ਦੀ ਰਿਸ਼ਵਤ ਤੇ 5 ਲੱਖ ਰੁਪਏ ਐਡਵਾਂਸ। 39 ਸੈਕਟਰ ਦੇ ਵਿੱਚ ਰਵਿੰਦਰਪਾਲ ਸਿੰਘ ਸਿੱਧੂ ਖੁਦ 5 ਲੱਖ ਰੁਪਇਆ ਕੈਸ਼ ਜਿਹੜਾ ਹੈ ਰਿਸ਼ਵਤ ਹੁੰਦੀ ਹੈ ਪੂਪਜੀਤ ਸਿੰਘ ਤੋਂ ਲੈਂਦਾ ਹੈ, ਜਿਸ ਤੋਂ ਬਾਅਦ ਕਿ ਪੂਪਜੀਤ ਸਿੰਘ ਉੱਥੋਂ ਚਲਾ ਜਾਂਦਾ ਹੈ ਤੇ ਪੂਪਜੀਤ ਸਿੰਘ ਦੇ ਜਾਂਦਿਆਂ ਹੀ ਤਕਰੀਬਨ 5-7 ਮਿੰਟ ਦੇ ਗੈਪ ਦੇ ਵਿੱਚ ਹੀ ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਉੱਥੇ ਪਹੁੰਚਦੀ ਹੈ। ਪਟਿਆਲਾ ਤੋਂ ਟੀਮ ਆਈ ਹੁੰਦੀ ਹੈ ਜੋ ਕਿ ਰਵਿੰਦਰਪਾਲ ਸਿੰਘ ਸਿੱਧੂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਦੇ ਨਾਲ ਕਾਬੂ ਕਰ ਲੈਂਦੀ ਹੈ। ਉਸ ਦੌਰਾਨ ਉਸਦੇ ਹੱਥ ਉੱਤੇ ਉਹ ਗੁਲਾਬੀ ਰੰਗ ਲੱਗ ਚੁੱਕਾ ਹੁੰਦਾ ਹੈ, ਨੋਟਾਂ ਨੂੰ ਉਸਨੇ ਆਪਣੇ ਹੱਥ ਨਾਲ ਛੂਹਿਆ ਹੁੰਦਾ ਹੈ। ਉਹ ਸਾਰੀ ਦੀ ਸਾਰੀ ਪ੍ਰੋਸੈਸ ਜੋ ਕਿ ਇਨਵੈਸਟੀਗੇਟਿੰਗ ਏਜੰਸੀਆਂ ਦਾ ਹੁੰਦਾ ਹੈ, ਹੱਥ ਪਾਣੀ ਦੇ ਵਿੱਚ ਧੁਆਏ ਜਾਂਦੇ ਨੇ, ਗੁਲਾਬੀ ਰੰਗ ਪਾਣੀ ਦਾ ਹੋ ਜਾਂਦਾ ਹੈ, ਉਹ ਸਾਰੇ ਦੇ ਸਾਰੇ ਸੈਂਪਲ ਲੈ ਕੇ ਰਵਿੰਦਰਪਾਲ ਸਿੰਘ ਸਿੱਧੂ ਅਰੈਸਟ ਹੋ ਜਾਂਦਾ ਤੇ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਬਹੁਤ ਵੱਡੀ ਖਬਰ ਹੁੰਦੀ ਹੈ। ਸੋ ਮੀਡੀਆ ਰਸਾਲਿਆਂ ਨੂੰ ਇਹ ਖਬਰ ਮਿਲਦੀ ਹੈ ਤਾਂ ਰਵਿੰਦਰਪਾਲ ਸਿੰਘ ਸਿੱਧੂ ਪੀਪੀਐਸਸੀ ਦੇ ਸੰਵਿਧਾਨਿਕ ਅਹੁਦੇ ਤੇ ਬੈਠੇ ਚੇਅਰਮੈਨ ਦੀ ਇਸ ਗ੍ਰਿਫਤਾਰੀ ਨਾਲ ਇੱਕ ਬਹੁਤ ਵੱਡੇ ਪੱਧਰ ਦਾ ਹੜਕੰਪ ਮਚਦਾ ਹੈ। ਲੇਕਿਨ ਇਸ ਤੋਂ ਆਉਣ ਵਾਲੇ 4-5-7 ਦਿਨਾਂ ਦੇ ਵਿੱਚ ਇਸ ਖਬਰ ਨੇ ਹੋਰ ਵੱਡਾ ਹੋਣਾ ਹੁੰਦਾ ਹੈ, ਕਿਉਂਕਿ ਜਦੋਂ ਰਵਿੰਦਰਪਾਲ ਸਿੰਘ ਸਿੱਧੂ ਨੂੰ ਇੰਟੈਲੀਜੈਂਸ ਦੀਆਂ ਟੀਮਾਂ ਚੱਕਦੀਆਂ ਨੇ, ਹੁਣ ਬੇਸਿਕਲੀ ਆਪਰੇਸ਼ਨ ਹੁੰਦਾ ਹੈ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦਾ, ਏਪੀ ਭਟਨਾਗਰ ਦੀ ਟੀਮ ਲੈਡ ਬਾय ਸੁਮੇਧ ਸਿੰਘ ਸੈਣੀ ਤੇ ਉਹਨਾਂ ਤੋਂ ਥੱਲੇ ਜਿਹੜੀਆਂ ਵਿਜੀਲੈਂਸ ਦੀਆਂ ਟੀਮਾਂ ਆਈਆਂ ਹੁੰਦੀਆਂ ਨੇ। ਲੇਕਿਨ ਬਾਅਦ ਦੇ ਵਿੱਚ ਇਸ ਪੂਰੇ ਦੇ ਪੂਰੇ ਕੇਸ ਨੇ ਇੱਕ ਬਹੁਤ ਵੱਡੇ ਵਿਵਾਦ ਦੀ ਸ਼ਕਲ ਲੈਣੀ ਹੁੰਦੀ ਹੈ, ਜਿਸ ਨੂੰ ਕਿ ਮੈਂ ਆਪਣੀ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਡੀਲ ਕਰਾਂਗਾ। ਲੇਕਿਨ ਮੋٹے ਤੌਰ ਤੇ ਦੱਸ ਦਿੰਦਾ ਵੀ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਹੋਣਾ ਕੀ ਹੁੰਦਾ ਹੈ। ਜਗਮਾਨ ਸਿੰਘ, ਰਣਧੀਰ ਸਿੰਘ ਧੀਰਾ ਤੇ ਪ੍ਰੇਮ ਸਾਗਰ, ਇਹ ਤਿੰਨਾਂ ਨੂੰ ਇੰਟੈਲੀਜੈਂਸ ਵਿੰਗ ਵੱਲੋਂ ਚੱਕ ਲਿਆ ਜਾਂਦਾ ਹੈ। ਇਹ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਨੂੰ ਸ਼ੁਰੂਆਤੀ ਸਟੇਜ ਦੇ ਵਿੱਚ ਸੁਮੇਧ ਸਿੰਘ ਸੈਣੀ ਖੁਦ ਲੀਡ ਕਰ ਰਹੇ ਹੁੰਦੇ ਨੇ, ਏਪੀ ਭਟਨਾਗਰ ਦੀ ਨਜ਼ਰ ਹੁੰਦੀ ਹੈ। ਉਸ ਮੌਕੇ ਮੈਂ ਵੀ ਇਸ ਪੂਰੇ ਦੇ ਪੂਰੇ ਸਕੈਂਡਲ ਨੂੰ ਕਵਰ ਕੀਤਾ ਸੀ ਬਤੌਰ ਇੱਕ ਪੱਤਰਕਾਰ, ਐਜ਼ ਏ ਕੋਰਸਪੋਂਡੈਂਟ ZTV ਦੇ ਵਿੱਚ। ਉਸ ਦੌਰਾਨ ਸਾਡੀ ਜਿਹੜੀ ਇੰਟਰੈਕਸ਼ਨ ਸਟਾਰਟਿੰਗ ਸਟੇਜ ਤੇ ਹੁੰਦੀ ਹੈ ਉਹ ਹੁੰਦੀ ਹੈ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਦੇ ਨਾਲ, ਯਾਨੀ ਕਿ ਏਪੀ ਭਟਨਾਗਰ ਤੇ ਸੁਮੇਧ ਸਿੰਘ ਸੈਣੀ। ਇਹੀ ਉਹ ਲੋਕ ਸੀ ਜੋ ਕਿ ਮੀਡੀਆ ਨੂੰ ਜਾਣਕਾਰੀ ਵੀ ਦਿੰਦੇ ਨੇ ਤੇ ਇਸ ਪੂਰੇ ਦੇ ਪੂਰੇ ਘੁਟਾਲੇ ਨੂੰ ਪੂਰੀ ਦੇਸ਼ ਦੇ ਵਿੱਚ ਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਵੱਡੀ ਕਵਰੇਜ ਦਿੱਤੀ ਜਾਂਦੀ ਹੈ। ਕਿਉਂਕਿ ਹੋਣਾ ਕੀ ਹੁੰਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਲੋਕਰ ਖੰਗਾਲੇ ਜਾਂਦੇ ਨੇ ਰਵਿੰਦਰਪਾਲ ਸਿੰਘ ਸਿੱਧੂ ਤੇ ਉਸਦੇ ਕਈ ਜਾਣਕਾਰਾਂ ਦੇ, ਕਿਉਂਕਿ ਇੰਟੈਰੋਗੇਸ਼ਨ ਦੇ ਦੌਰਾਨ ਰਵਿੰਦਰਪਾਲ ਸਿੰਘ ਸਿੱਧੂ, ਜਗਮਾਨ ਸਿੰਘ, ਰਣਧੀਰ ਧੀਰਾ ਤੇ ਕਈ ਹੋਰ ਲੋਕ ਉਹ ਸਾਰੀ ਦੀ ਸਾਰੀ ਕਹਾਣੀ ਦੱਸ ਚੁੱਕੇ ਹੁੰਦੇ ਨੇ, ਜਿਹੜੇ ਲੱਖਾਂ ਰੁਪਏ ਇਹਨਾਂ ਨੇ ਲਏ, ਕਰੋੜਾਂ ਰੁਪਏ ਰਾਦਰ। ਇਕੱਲਾ ਜਿਹੜਾ ਰਣਧੀਰ ਸਿੰਘ ਧੀਰਾ ਹੁੰਦਾ ਹੈ ਉਸ ਵੱਲੋਂ 12 ਕਰੋੜ ਰੁਪਇਆ ਅਲੱਗ-ਅਲੱਗ ਜਿਹੜੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਤੋਂ ਇਕੱਠਾ ਕਰਕੇ ਰਵਿੰਦਰਪਾਲ ਸਿੰਘ ਸਿੱਧੂ ਨੂੰ ਦੇਣ ਦੀ ਜਿਹੜੀ ਗੱਲਬਾਤ, ਜਿਹੜੇ ਬਿਆਨ ਹੁੰਦੇ ਨੇ ਉਹ ਦਰਜ ਕਰਾਏ ਜਾਂਦੇ ਨੇ ਤੇ ਇਸ ਕੇਸ ਦੇ ਵਿੱਚ ਇੱਕ ਅਪਰੂਵਰ ਜਿਹੜਾ ਹੈ ਉਹ ਵੀ ਬਣ ਜਾਂਦਾ ਹੈ। ਇਸੇ ਤਰੀਕੇ ਨਾਲ ਜਗਮਾਨ ਸਿੰਘ ਵੀ ਇੱਕ ਤੋਤੇ ਦੀ ਤਰ੍ਹਾਂ ਪੂਰੀ ਦੀ ਪੂਰੀ ਕਹਾਣੀ ਬੋਲ ਰਿਹਾ ਹੁੰਦਾ ਹੈ ਤੇ ਬਾਅਦ ਦੇ ਵਿੱਚ ਜਦੋਂ ਉਹ ਲੋਕਰ ਖੰਗਾਲੇ ਜਾਂਦੇ ਨੇ, ਛਾਪੇਮਾਰੀ ਹੁੰਦੀ ਹੈ। ਜਗਮਾਨ ਸਿੰਘ ਦੇ ਆਪਣੇ ਘਰੋਂ ਤਕਰੀਬਨ 1 ਕਰੋੜ 36 ਲੱਖ ਰੁਪਏ ਦੀ ਰਿਕਵਰੀ ਹੁੰਦੀ ਹੈ,
ਤੇ ਅਲੱਗ-ਅਲੱਗ ਲੋਕਰ ਜੋ ਕਿ ਅਲੱਗ-ਅਲੱਗ ਨਾਂ ਦੇ ਉੱਤੇ ਹੁੰਦੇ ਨੇ। ਰਵਿੰਦਰਪਾਲ ਸਿੰਘ ਸਿੱਧੂ ਨੇ ਕਈ ਫਰਜ਼ੀ ਨਾਂ ਤੋਂ ਬੈਂਕ ਖਾਤੇ ਪੰਜਾਬ ਭਰ ਦੇ ਵਿੱਚ ਬਣਾਏ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਪੈਸਾ ਜਮ੍ਹਾਂ ਖੋਰਿਆ ਹੁੰਦਾ ਹੈ ਤੇ ਕਈ ਉਸਦੇ ਰਿਸ਼ਤੇਦਾਰਾਂ ਦੇ ਨਾਂ ਤੇ ਲੋਕਰ ਹੁੰਦੇ ਨੇ, ਜਿਸ ਵਿੱਚ ਕਿ ਉਸਦਾ ਭਰਾ ਜਿਹੜਾ ਹੁੰਦਾ ਹੈ ਉਹ ਰਿਤਿੰਦਰਪਾਲ ਸਿੰਘ ਹੁੰਦਾ ਹੈ ਤੇ ਉਸਦੀ ਜਿਹੜੀ ਭਰਜਾਈ ਹੁੰਦੀ ਹੈ ਅਜਿੰਦਰ ਕੌਰ, ਜੋ ਕਿ ਬੇਸਿਕਲੀ ਯੂਐਸ ਦੇ ਰਹਿਣ ਵਾਲੇ ਹੁੰਦੇ ਨੇ। ਸੋ ਯੂਐਸ ਤੇ ਲਗਜ਼ਮਬਰਗ ਦੇ ਕਈ ਬੈਂਕਾਂ ਦੇ ਵਿੱਚ ਇਹਨਾਂ ਦੇ ਖਾਤੇ ਹੁੰਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਬੈਂਕਾਂ ਦੇ ਵਿੱਚੋਂ, ਮੋਹਾਲੀ ਦੇ ਬੈਂਕਾਂ ਦੇ ਵਿੱਚੋਂ ਜਦੋਂ ਲੋਕਰ ਪਾੜੇ ਜਾਂਦੇ ਨੇ ਵਿਜੀਲੈਂਸ ਬਿਊਰੋ ਵੱਲੋਂ, ਤਾਂ ਉਸ ਵਕਤ ਕਰੋੜਾਂ ਰੁਪਇਆ ਜਿਹੜਾ ਹੈ ਉਹ ਗਿਰਦਾ ਹੈ ਉਹਨਾਂ ਲੋਕਰਾਂ ਤੋਂ। ਉਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਸਭ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ। ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਭਰ ਦੇ ਵਿੱਚ ਭਰਤੀ ਘੁਟਾਲੇ ਦੇ ਨਾਂ ਦੇ ਉੱਤੇ ਇਹ ਸਭ ਤੋਂ ਵੱਡਾ ਘੁਟਾਲਾ ਉਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਇਸ ਕਰਕੇ ਬਣ ਪਾਇਆ ਕਿਉਂਕਿ ਤਕਰੀਬਨ 8-8.5 ਕਰੋੜ ਰੁਪਏ ਨਕਦੀ ਦੀ ਜਿਹੜੀ ਰਿਕਵਰੀ ਸੀ ਉਹ ਇਹਨਾਂ ਲੋਕਰਾਂ ਤੋਂ ਹੋਈ ਤੇ ਅਲੱਗ-ਅਲੱਗ ਥਾਵਾਂ ਤੋਂ ਹੋਈ। ਅਜਿਹੇ ਵਿੱਚ ਜਿਹੜੇ ਫਿਰ ਫਰਕ ਤੇ ਮਤਭੇਦ ਪੈਣੇ ਸ਼ੁਰੂ ਹੋਏ ਉਹ ਉਸ ਵਕਤ ਤੋਂ ਸ਼ੁਰੂ ਹੁੰਦੇ ਨੇ ਜਦੋਂ ਕਿ ਇੱਕ ਜਿਹੜਾ ਬੈਂਕ ਖਾਤਾ ਹੁੰਦਾ ਹੈ ਜੋ ਕਿ ਸੈਕਟਰ 22 ਦਾ ਇੱਕ ਬੈਂਕ ਹੁੰਦਾ ਹੈ, ਜਿਸ ਦੇ ਮੈਨੇਜਰ ਹੁੰਦਾ ਹੈ ਕੁਲਦੀਪ ਸਿੰਘ ਬੇਦੀ ਨਾਂ ਦਾ ਸ਼ਖਸ। ਉਸ ਨੂੰ ਜਦੋਂ ਇੰਟੈਲੀਜੈਂਸ ਦੀ ਟੀਮ ਹੱਥ ਪਾਉਣਾ ਚਾਹੁੰਦੀ ਹੈ, ਕਿਉਂਕਿ ਇਹ ਪੂਰਾ ਦਾ ਪੂਰਾ ਮਾਮਲਾ ਜੱਜਾਂ ਦੀ ਨਿਯੁਕਤੀਆਂ ਦੇ ਨਾਲ ਜੁੜਿਆ ਹੁੰਦਾ ਹੈ, ਯਾਨੀ ਕਿ ਸਬਆਰਡੀਨੇਟ ਲੈਵਲ ਦੀ ਜੁਡੀਸ਼ਰੀ, ਪੀਸੀਐਸ ਜੁਡੀਸ਼ੀਅਲ, ਪੀਸੀਐਸ ਐਗਜ਼ੈਕਟਿਵ ਜਾਂ ਹੋਰ ਜਿਹੜੇ ਉਤਲੇ ਅਹੁਦਿਆਂ ਤੇ ਇਸ ਘੁਟਾਲੇ ਦਾ ਲਾਭ ਉਠਾਉਣ ਵਾਲੇ ਜ਼ਿਆਦਾਤਰ ਉਹ ਲੋਕ ਵੀ ਹੁੰਦੇ ਨੇ ਜੋ ਕਿ ਉਤਲੇ ਅਹੁਦਿਆਂ ਤੇ ਹੁੰਦੇ ਨੇ। ਹਾਈ ਕੋਰਟ ਦੇ ਕਈ ਜੱਜਾਂ ਦੇ ਨਾਂ ਵਿਚਾਰੇ ਹੁੰਦੇ ਨੇ, ਕਈ ਉਤਲੇ ਅਹੁਦਿਆਂ ਤੇ ਬੈਠੇ ਪੁਲਿਸ ਅਫਸਰਾਂ ਦੇ, ਐਸਐਸਪੀ ਫਿਰੋਜ਼ਪੁਰ ਦਰਸ਼ਨ ਸਿੰਘ ਫੇਰੂ ਰਾਏ ਦਾ ਨਾਂ ਇਸ ਵਿੱਚ ਆਇਆ ਹੁੰਦਾ ਹੈ। ਸੋ ਉਸ ਵਕਤ ਇਸ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਨੂੰ ਕਿਤੇ ਨਾ ਕਿਤੇ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਅੰਦਰ ਖਾਤੇ ਸ਼ੁਰੂ ਹੋ ਜਾਂਦੀਆਂ ਨੇ, ਜਿਸ ਵਿੱਚ ਕਿ ਜਾਣੇ ਤੇ ਅਣਜਾਣੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਆਪਣਾ ਮਹਿਕਮਾ ਹੀ ਇੱਕ ਆਪਸੀ ਖਾਨਾ ਜੰਗੀ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ। ਝਗੜਾ ਇਹ ਖੜਾ ਹੁੰਦਾ ਵੀ ਪੰਜਾਬ ਦੇ ਇੰਟੈਲੀਜੈਂਸ ਵਿੰਗ ਜਿਸ ਨੇ ਪੂਰਾ ਦਾ ਪੂਰਾ ਆਪਰੇਸ਼ਨ ਕੀਤਾ ਹੁੰਦਾ ਹੈ, ਉਹ ਜਦੋਂ ਇਸ ਬੈਂਕ ਜਿਹੜਾ ਮੈਨੇਜਰ ਹੁੰਦਾ ਹੈ ਕੁਲਦੀਪ ਸਿੰਘ ਬੇਦੀ, ਉਸ ਤੋਂ ਪੁੱਛਗਿੱਛ ਕਰਨਾ ਚਾਹ ਰਹੀ ਹੁੰਦੀ ਹੈ ਵੀ 22 ਸੈਕਟਰ ਦੇ ਇੱਕ ਬੈਂਕ ਦੇ ਲੋਕਰ ਜਿਸ ਵਿੱਚ ਕਿ ਉਹਨਾਂ ਕੋਲ ਜਾਣਕਾਰੀ ਹੁੰਦੀ ਹੈ ਵੀ 1.5 ਤੋਂ ਪੌਣੇ 2 ਕਰੋੜ ਰੁਪਇਆ ਸੀ, ਉਹ ਪੈਸਾ ਕਿੱਥੇ ਗਿਆ। ਸੋ ਅਜਿਹਾ ਬਹੁਤ ਸਾ ਫੰਡ ਹੁੰਦਾ ਜੋ ਕਿ ਇੱਧਰ ਉੱਧਰ ਕਰਤਾ ਗਿਆ ਹੁੰਦਾ ਹੈ ਤੇ ਜਦੋਂ ਉਸ ਬੈਂਕ ਦੇ ਅਧਿਕਾਰੀ ਦੇ ਨਾਲ ਉਸ ਤੋਂ ਪੁੱਛਗਿੱਛ ਕਰਨ ਦਾ ਸਮਾਂ ਆਉਂਦਾ ਹੈ, ਉਸ ਵਕਤ ਇਹ ਜਾਣਕਾਰੀ ਆਈਜੀ ਇੰਟੈਲੀਜੈਂਸ ਸੁਮੇਧ ਸਿੰਘ ਸੈਣੀ ਨੂੰ ਦਿੱਤੀ ਜਾਂਦੀ ਹੈ ਵੀ ਹੁਣ ਇਸ ਪੂਰੀ ਦੀ ਪੂਰੇ ਕੇਸ ਦੀ ਜਿਹੜੀ ਪੜਤਾਲ ਹੈਗੀ ਹੈ ਜਾਂ ਸੁਪਰਵਿਜ਼ਨ ਹੈ ਉਹ ਏਪੀ ਪਾਂਡੇ ਪੰਜਾਬ ਦੇ ਉਸ ਵਕਤ ਤੇ ਜੋ ਏਡੀਜੀਪੀ ਵਿਜੀਲੈਂਸ ਹੁੰਦੇ ਨੇ ਉਹ ਕਰਨਗੇ। ਯਾਨੀ ਕਿ ਇਹ ਜਾਂਚ ਪੜਤਾਲ ਜੋ ਕਿ ਬੇਸਿਕਲੀ ਇੰਟੈਲੀਜੈਂਸ ਵਿੰਗ ਦਾ ਆਪਰੇਸ਼ਨ ਹੁੰਦਾ ਹੈ, ਏਪੀ ਭਟਨਾਗਰ ਤੇ ਸੁਮੇਧ ਸਿੰਘ ਸੈਣੀ ਦਾ ਆਪਰੇਸ਼ਨ ਹੁੰਦਾ ਹੈ, ਉਸ ਨੂੰ ਉਹਨਾਂ ਤੋਂ ਖੋ ਕੇ ਇਸ ਨੂੰ ਏਡੀਜੀਪੀ ਵਿਜੀਲੈਂਸ ਦੇ ਹਵਾਲੇ ਕਰਤਾ ਜਾਂਦਾ। ਮਹਿਕਮਾ ਦਾ ਵਿਜੀਲੈਂਸ ਦਾ ਹੀ ਬੰਦਾ ਹੁੰਦਾ, ਲੇਕਿਨ ਏਪੀ ਪਾਂਡੇ ਬਾਅਦ ਦੇ ਵਿੱਚ ਇਸ ਕੇਸ ਨੂੰ ਇਨਵੈਸਟੀਗੇਟ ਕਰਦੇ ਨੇ ਅਦਾਲਤਾਂ ਦੇ ਵਿੱਚ, ਕਿਉਂਕਿ ਬਾਅਦ ਵਿੱਚ ਮਾਮਲਾ ਪਹੁੰਚਿਆ ਗੂੰਜਿਆ ਅਦਾਲਤਾਂ ਦੇ ਉੱਤੇ ਪੂਰੀ ਪੂਰੀ ਗੱਲਬਾਤ, ਉਸ ਵਿੱਚ ਕੀ ਝਗੜਾ ਰਿਹਾ। ਵਕੀਲਾਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਬਹੁਤ ਲੰਬੀ ਚੌੜੀ ਮੂਵਮੈਂਟ ਚੱਲਦੀ ਹੈ ਕਿਉਂਕਿ ਜੱਜਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਨਾ ਆ ਗਏ ਸੀ। ਜੱਜਾਂ ਨੇ ਵੀ ਆਪਣੇ ਲੈਵਲ ਤੇ ਬਹੁਤ ਇਨਫਲੂਐਂਸ ਕਰਨ ਦੀ ਕੋਸ਼ਿਸ਼ ਉਸ ਵਕਤ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਕੀਤੀ। ਉਹ ਪੂਰਾ ਦਾ ਪੂਰਾ ਘਟਨਾ ਚੱਕਰ ਮੈਂ ਆਪਣੀ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਐਕਸਪਲੇਨ ਕਰਾਂਗਾ, ਲੇਕਿਨ ਇੰਨਾ ਜ਼ਰੂਰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਵੀ ਏਪੀ ਭਟਨਾਗਰ ਜਿਹੜੇ ਏਡੀਜੀਪੀ ਇੰਟੈਲੀਜੈਂਸ ਸੀ, ਉਹਨਾਂ ਵੱਲੋਂ ਬਾਅਦ ਦੇ ਵਿੱਚ ਹਾਈ ਕੋਰਟ ਵਿੱਚ ਦੱਸਿਆ ਗਿਆ ਵੀ ਉਹ ਇੱਕ ਬਹੁਤ ਕ੍ਰਿਟੀਕਲ ਪੁਆਇੰਟ ਸੀ ਜਦੋਂ ਕਿ ਸੈਕਟਰ 22 ਦੇ ਉਸ ਬੈਂਕ ਮੈਨੇਜਰ ਤੋਂ ਪੁੱਛਗਿੱਛ ਜੇ ਉਹ ਕਰ ਲੈਂਦੇ, ਉਸ ਨੂੰ ਆਪਣੇ ਤਰੀਕੇ ਨਾਲ ਪੁਲਿਸੀ ਅੰਦਾਜ਼ ਦੇ ਵਿੱਚ ਇੰਟੈਰੋਗੇਟ ਕਰ ਲਿਆ ਗਿਆ ਹੁੰਦਾ, ਤਾਂ ਉਸ ਤੋਂ ਬਾਅਦ ਇਸ ਪੂਰੇ ਦੇ ਪੂਰੇ ਘੁਟਾਲੇ ਦੇ ਤਾਰ ਕਈ ਜੱਜਾਂ ਤੱਕ ਪਹੁੰਚਨੇ ਸੀ ਜੋ ਕਿ ਬਾਅਦ ਦੇ ਵਿੱਚ ਪਹੁੰਚੇ ਤਾਂ ਸੀ, ਲੇਕਿਨ ਕੋਈ ਕਨਕਲੂਸਿਵ ਐਵੀਡੈਂਸ ਨਾ ਮਿਲਣ ਕਰਕੇ ਸਿਰਫ ਇੱਕ ਜੱਜ ਨੂੰ ਹੀ ਇਸ ਕੇਸ ਦੇ ਵਿੱਚ ਉਸ ਦਾ ਤਬਾਦਲਾ ਕੀਤਾ ਗਿਆ ਤੇ 2 ਜੱਜਾਂ ਨੂੰ ਵਾਰਨਿੰਗ ਦੇ ਕੇ ਛੱਡਤਾ ਗਿਆ, ਇੱਕ ਨੂੰ ਸ਼ਾਇਦ ਦੋਸ਼ ਮੁਕਤ ਵੀ ਕਰਤਾ ਗਿਆ। ਸੋ ਏਪੀ ਭਟਨਾਗਰ ਨੇ ਬਾਅਦ ਦੇ ਵਿੱਚ ਇਸ ਦਾ ਜ਼ਿਕਰ ਹਾਈ ਕੋਰਟ ਦੀ ਹੀ ਪੇਸ਼ੀ ਦੇ ਦੌਰਾਨ ਜਾਂ ਉਸ ਹੀਅਰਿੰਗ ਦੇ ਦੌਰਾਨ ਆਪਣੀ ਇੱਕ ਲਿਖਿਤ ਜਿਹੜਾ ਸਟੇਟਮੈਂਟ ਸੀ ਉਸ ਵਿੱਚ ਕੀਤਾ ਵੀ ਉਸ ਮੌਕੇ ਉੱਤੇ ਪੰਜਾਬ ਦੀ ਵਿਜੀਲੈਂਸ ਬਿਊਰੋ ਦੇ ਜਿਹੜੇ ਅਫਸਰ ਸਨ, ਯਾਨੀ ਕਿ ਏਡੀਜੀਪੀ ਏਪੀ ਪਾਂਡੇ ਤੇ ਪੰਜਾਬ ਦੇ ਜਿਹੜੇ ਡੀਜੀਪੀ ਮਾਲ ਸਿੰਘ ਭੁੱਲਰ ਜਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਦਿਸ਼ਾ ਨਿਰਦੇਸ਼ ਉੱਤੇ ਇਹਨਾਂ ਇੰਟੈਲੀਜੈਂਸ ਦੇ ਅਫਸਰਾਂ ਨੂੰ ਰੋਕਤਾ ਗਿਆ ਤੇ ਬਾਅਦ ਦੇ ਵਿੱਚ ਇੰਟੈਲੀਜੈਂਸ ਵਿਭਾਗ ਦੇ ਕਈ ਜਿਹੜੇ ਅਫਸਰ ਜੋ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਇਸ ਪੂਰੀ ਦੀ ਪੂਰੀ ਰੇਡ ਦੇ ਵਿੱਚ, ਇਸ ਪੂਰੇ ਦੇ ਪੂਰੇ ਛਾਪੇ, ਇਸ ਪੂਰੇ ਦੇ ਪੂਰੇ ਟਰੈਪ ਆਪਰੇਸ਼ਨ ਦਾ ਅਨਿੱਖੜਵਾਂ ਹਿੱਸਾ ਸਨ, ਉਹਨਾਂ ਨੂੰ ਕੇਸਾਂ ਤੋਂ ਤਫਤੀਸ਼ਾਂ ਤੋਂ ਹਟਾ ਦਿੱਤਾ ਗਿਆ। ਬੇਸ਼ੱਕ ਬਾਅਦ ਦੇ ਵਿੱਚ ਹਾਈ ਕੋਰਟ ਨੇ ਕਾਫੀ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਉਹ ਗੱਲਬਾਤ ਨਹੀਂ ਬਣੀ। ਉਸ ਤੋਂ ਬਾਅਦ ਮੁੱਖ ਮੰਤਰੀ ਦਾ, ਕੈਪਟਨ ਅਮਰਿੰਦਰ ਸਿੰਘ ਦਾ ਜਾਂ ਪੰਜਾਬ ਸਰਕਾਰ ਦਾ ਜੋ ਨਿਰਦੇਸ਼ ਸੀ, ਉਸ ਤੋਂ ਬਾਅਦ ਏਪੀ ਪਾਂਡੇ ਤੇ ਵਿਜੀਲੈਂਸ ਬਿਊਰੋ ਨੇ ਹੀ ਇਸ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਿਆ। ਇਸੇ ਤੋਂ ਬਾਅਦ ਸੁਮੇਧ ਸਿੰਘ ਸੈਣੀ ਖੁੱਡੇ ਲੈਣ ਲੱਗ ਗਏ ਤੇ ਬਾਅਦ ਦੇ ਵਿੱਚ ਉਹ ਘਟਨਾ ਚੱਕਰ ਸ਼ੁਰੂ ਹੋਇਆ ਜਿਸ ਤਹਿਤ ਕਿ ਸਰਬਦੀਪ ਸਿੰਘ ਵਿਰਕ ਜੋ ਕਿ ਬਾਅਦ ਦੇ ਵਿੱਚ ਏਡੀਜੀਪੀ ਇੰਟੈਲੀਜੈਂਸ ਲਾਤੇ ਜਾਂਦੇ ਨੇ, ਉਹਨਾਂ ਦਾ ਉਬਾਰ ਹੁੰਦਾ ਤੇ ਬਾਅਦ ਦੇ ਵਿੱਚ ਉਹ ਜਿਹੜਾ ਝਗੜਾ ਹੈ ਉਹ ਅਲੱਗ ਰਿਪੋਰਟ ਦੇ ਵਿੱਚ ਮੈਂ ਪਹਿਲਾਂ ਬਿਆਨ ਕਰ ਚੁੱਕਾ। ਸੋ ਇਹ ਸੀ ਉਹ ਪਬਲਿਕ ਸਰਵਿਸ ਕਮਿਸ਼ਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਉਹ ਘੁਟਾਲਾ, ਕੈਸ਼ ਫॉर ਜੌਬ ਸਕੈਮ। ਰਵਿੰਦਰਪਾਲ ਸਿੰਘ ਸਿੱਧੂ ਉਹ ਸ਼ਖਸ ਜੋ ਕਿ ਇੱਕ ਪੱਤਰਕਾਰ ਸੀ,
ਚੰਗੀਆਂ ਅਖਬਾਰਾਂ ਦੇ ਵਿੱਚ ਪੱਤਰਕਾਰ ਹੋ ਕੇ ਮੁੱਖ ਮੰਤਰੀ ਦੇ ਨਾਲ ਉਹਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੀ ਨੇੜਤਾ ਵਧਾ ਕੇ ਕਿਸ ਤਰੀਕੇ ਨਾਲ ਇੱਕ ਸੰਵਿਧਾਨਿਕ ਅਹੁਦੇ ਤੇ ਬੈਠਾ ਤੇ ਫਿਰ 6 ਸਾਲ ਤਕਰੀਬਨ ਪੌਣੇ 6 ਸਾਲ ਉਸਨੇ ਜੋ ਲੁੱਟ ਪੰਜਾਬ ਦੇ ਵਿੱਚ ਮਚਾਈ, ਉਸ ਵਕਤ ਦੀ ਹਾਕਮ ਪਾਰਟੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਸਰਕਾਰ ਸਾਰੀ ਦੀ ਸਾਰੀ ਘੁਟਾਲਾ ਫਰਜ਼ੀਵਾੜਾ ਉਸ ਵਕਤ ਦੇ ਵਿੱਚ ਹੀ ਹੋਇਆ। ਕਿਉਂ ਨਾ ਵੱਲੋਂ ਉਸ ਉੱਤੇ ਅੰਕੁਸ਼ ਨਹੀਂ ਲੱਗਿਆ, ਨਹੀਂ ਰੋਕਿਆ ਗਿਆ, ਇਹਦਾ ਜਵਾਬ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਅੱਜ ਤੱਕ ਨਹੀਂ ਦੇ ਪਾਏ ਨੇ। ਲੇਕਿਨ ਇਸ ਤੋਂ ਬਾਅਦ ਇੱਕ ਖਾਨਾ ਜੰਗੀ ਪੰਜਾਬ ਪੁਲਿਸ ਦੇ ਵਿੱਚ ਵੇਖੀ ਗਈ ਤੇ ਬਾਅਦ ਦੇ ਵਿੱਚ ਰਵਿੰਦਰਪਾਲ ਸਿੰਘ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਤਫਤੀਸ਼ ਦਾ ਕੀ ਹੋਇਆ, ਕਿੰਨੇ ਕੇਸ, ਕਿੰਨੀਆਂ FIR ਰਜਿਸਟਰ ਹੋਈਆਂ, ਹਾਈ ਕੋਰਟ ਦੇ ਵਿੱਚ ਕੀ ਘਮਾਸਾਨ ਮਚਿਆ, ਵਕੀਲ ਕਿਵੇਂ ਇਕੱਠੇ ਹੋਏ, ਜੱਜਾਂ ਦਾ ਕੀ ਰੌਲਾ ਸੀਗਾ, ਜੱਜਾਂ ਦੇ ਖਿਲਾਫ ਇਨਵੈਸਟੀਗੇਸ਼ਨ ਕਿਉਂ ਨਹੀਂ ਅੱਗੇ ਵਧਣ ਦਿੱਤੀ ਗਈ ਤੇ ਬਾਅਦ ਦੇ ਵਿੱਚ ਆਖਿਰ ਰਵਿੰਦਰਪਾਲ ਸਿੰਘ ਸਿੱਧੂ ਦਾ ਹੋਇਆ ਕੀ, ਉਸ ਦਾ ਹੋਰ ਕਿੰਨਾ ਪੈਸਾ, ਕਿੰਨੀਆਂ ਪ੍ਰਾਪਰਟੀਆਂ, ਕਿੰਨੀਆਂ ਸੰਪਤੀਆਂ ਜਿਹੜੀਆਂ ਸੀ ਉਹ ਰਿਕਾਰਡ ਤੇ ਆਈਆਂ, ਪੂਰਾ ਦਾ ਪੂਰਾ ਘੋਟਾਲਾ ਹੋਰ ਕਿੱਡਾ ਗਹਿਰਾ ਸੀ ਤੇ ਇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੋਏ, ਕਿਹੜੇ-ਕਿਹੜੇ ਲੋਕਾਂ ਨੇ ਫਿਰ ਕੀ ਗਵਾਹੀਆਂ ਦਿੱਤੀਆਂ, ਕਿਸ ਤਰੀਕੇ ਨਾਲ ਪੁਲਿਸ ਅਫਸਰ ਤੇ ਜੱਜਾਂ ਦੇ ਰਿਸ਼ਤੇਦਾਰਾਂ ਦੇ ਨਾਂ ਸਾਹਮਣੇ ਆਏ, ਇਹ ਸਾਰੀ ਗੱਲਾਂ ਬਾਤਾਂ ਮੈਂ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਯਾਨੀ ਕਿ ਕੱਲ੍ਹ ਲੈ ਕੇ ਹਾਜ਼ਰ ਹੋਵਾਂਗਾ। ਬਹੁਤ-ਬਹੁਤ ਧੰਨਵਾਦ। ਇਸ ਪਾਰਟ 1 ਨੂੰ ਦੇਖਣ ਲਈ ਪਾਰਟ 2 ਜ਼ਰੂਰ ਵੇਖਿਓ। ਉਸ ਦੇ ਵਿੱਚ ਆਖਿਰ ਰਵਿੰਦਰਪਾਲ ਸਿੰਘ ਸਿੱਧੂ ਨੂੰ ਸਜ਼ਾਵਾਂ ਅਲੱਗ-ਅਲੱਗ FIRਾਂ ਦੇ ਵਿੱਚ ਕਿਵੇਂ ਹੋਈਆਂ, ਇਹ ਮੈਂ ਤਫਸੀਲ ਤੁਹਾਡੇ ਨਾਲ ਸਾਂਝੀ ਕਰਾਂਗਾ।